मारू महला तीजा। भले अमरदास गुण तेरे, तेरी उपमा तो ही बन आवे। तीजे पातशाह धन धन सतगुरु श्री गुरु अमरदास साहब जी महाराज मारू राग विच शोभावन उपदेश की बख्शिश करते हैं। जग जीवन सच्चा एको दाता। हे भाई, सारे जगत का जीवन रूप सच्चा प्रभु ही एक दाता देने वाला है। गुर सेवा ते शब्द पछाता। जो गुरां दी सेवा टहल करन तो अति उपदेश की कमाई करन नाल ही पहचानिया जाता है। एको अमर एका बतसाही। एक प्रभु दा ही सारे संसार विच हुक्म है। एक उसे दी ही पातशाही मलकीयत है। जुग जुग सिरकार बनाई है। उसने जुगा जुगा विच सब जीवां दे सिर उपर अपनी हुक्म रूपी कार बनाई हुई है। सो जन निर्मल जिन आप पछाता। ये पाई ओह पुरख संसार अंदर उज्जल जीवन वाला है, जिसने अपने स्वरूप को पहचानना कीता है। आपे आए मिलिया सुखदाता। उसनों सुखां दी देन वाला परमात्मा आप ही आके मिल गया है। रसना शब्द रति गुण गावे। उस पुरख दी रसना जबान गुरां दे उपदेश दे विच रंगी हुई गुण गाउंदी रहिंदी है। दर साचै बत पाई है। उसने सच्चे दे सचखंड साध संगत रूप द्वार उते प्रतिष्ठा इज्जत पाउणा कीती है। गुरमुख नाम मिलै वडियाई। गुरमुख जनां नूं गुरां द्वारा नामी परमेश्वर का नाम अते उस विच अभेद होण रूप शोभा मिलती है। मनमुख निंदक पत गवाई। मन दे पिछे तुरन वाले निंदिया करन वालियां ने अपनी इज्जत गवा लई है। नाम रति परमहंस बैरागी। जो गुरमुख जाने नाम दे विच रंगे हुए ने, वो परमहंस तत बेते अते पूर्ण बैरागवन हन। निज घर ताड़ी लाई है। उन्होंने अपने स्वरूप रूपी घर विच समाधि लाउणा कीती है। शब्द मरै सोई जन पूरा। जो गुरां दे उपदेश की कमाई करके जीवत भाव तो मरदा है, वही पुरख पूर्ण है। सतगुर आख सुनाए सूरा। यह सिखिया सतगुरु रूपी सूरमे ने अपने मुख द्वारा आख के कह के सुनाउणा कीती है। आया अंदर अमृत सार साचा। इस देही दे अंदर सच्चा नाम रूपी अमृत सरोवर है, जो लबालब नाम जल दे नाल भरिया होया है। मन पीवै भाई सुभाई है। जिसका मन प्रेम वाला है,
ਉਹ ਸੁਭਾਵਕ ਹੀ ਹਿਰਦੇ ਕਰਕੇ ਨਾਮ ਅੰਮ੍ਰਿਤ ਨੂੰ ਪੀਣਾ ਕਰਦਾ ਹੈ। ਪਾੜ ਪੰਡਤ ਅਵਰਾ ਸਮਝਾਏ। ਪੰਡਿਤ ਜੀ ਮਤਲਬ ਵਿਦਵਾਨ ਲੋਕ ਸ਼ਾਸਤਰਾਂ ਆਦਿਕ ਪੁਸਤਕਾਂ ਨੂੰ ਪੜ੍ਹ ਕੇ ਹੋਰਨਾਂ ਨੂੰ ਹੀ ਸਮਝਾਉਂਦੇ ਹਨ। ਜਿਹੜਾ ਪੜ੍ਹਾਉਣ ਵਾਲਾ ਹੈ, ਪੜ੍ਹ ਕੇ ਸੁਣਾਉਣ ਵਾਲਾ ਹੈ, ਉਹ ਆਪ ਸਮਝਦਾ ਨਹੀਂ ਹੈ। ਘਰ ਜਲ ਤੇ ਕੀ ਖਬਰ ਨਾ ਪਾਏ। ਪਰੰਤੂ ਆਪਣੇ ਹਿਰਦੇ ਰੂਪੀ ਘਰ ਦੇ ਤ੍ਰਿਸ਼ਨਾ ਬੇਕਾਰਾਂ ਆਦਿਕ ਦੀ ਅੱਗ ਵਿੱਚ ਸੜਦੇ ਹੋਏ ਦੀ ਖਬਰ ਸੂਝ ਸਾਰ ਨਹੀਂ ਪਾਉਂਦੇ। ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ। ਇਹ ਭਾਈ ਸਤਿਗੁਰੂ ਸਾਹਿਬ ਜੀ ਦੀ ਟਹਿਲ ਕੀਤੀ ਤੋਂ ਬਿਨਾ ਪਰਮੇਸ਼ਰ ਦਾ ਨਾਮ ਰੂਪੀ ਜਲ ਉਹ ਨਹੀਂ ਪਾਈਦਾ। ਪੜ ਥਾਕੀ ਸ਼ਾਂਤ ਨਾਈ ਹੈ। ਪੰਡਤ ਲੋਕ ਅਨੇਕਾਂ ਪੁਸਤਕਾਂ ਪੜ੍ਹ ਕੇ ਥੱਕ ਗਏ ਨੇ, ਪਰ ਉਹਨਾਂ ਨੂੰ ਸ਼ਾਂਤੀ ਨਹੀਂ ਆਈ ਤੇ ਨਾ ਹੀ ਆਵੇਗੀ। ਇੱਕ ਭਸਮ ਲਗਾਏ ਫਿਰ ਹੈ ਭੇਖ ਧਾਰੀ। ਇੱਕ ਮਤਲਬ ਕਈ ਲੋਕ ਵੇਸ ਧਾਰਨ ਵਾਲੇ ਸਰੀਰ ਉੱਪਰ ਸਵਾਹ ਲਗਾ ਕੇ ਤੁਰੇ ਫਿਰਦੇ ਹਨ। ਬਿਨ ਸ਼ਬਦੈ ਹਉ ਮੈਂ ਕਿਨ ਮਾਰੀ। ਗੁਰਾਂ ਦੇ ਉਪਦੇਸ਼ ਦੀ ਕਮਾਈ ਕੀਤੀ ਤੋਂ ਬਿਨਾ ਦੇਹ ਦੀ ਹੰਤਾ ਮਮਤਾ ਕਿਸ ਨੇ ਮਾਰ ਨਾ ਕੀਤੀ ਹੈ। ਭਾਵ ਕਿਸੇ ਨੇ ਵੀ ਉਹ ਮਾਰੀ ਨਹੀਂ ਹੈ। ਅਨ ਦਿਨ ਜਲਤ ਰਹਾ ਹੈ ਦਿਨ ਰਾਤੀ। ਉਹ ਭੇਖਤਾਰੀ ਲੋਕ ਦਿਨ ਰਾਤ ਇੱਕ ਰਸ ਈਰਖਾ ਤ੍ਰਿਸ਼ਨਾ ਤੇ ਵੈਰ ਵਿਰੋਧੀ ਅੱਗ ਦੇ ਵਿੱਚ ਸੜਦੇ ਰਹਿੰਦੇ ਹਨ। ਭਰਮ ਭੇਖ ਪਰਮਾਈ ਹੈ। ਉਹਨਾਂ ਦੀ ਬਿਰਤੀ ਦਿਨ ਰਾਤ ਭੇਖਾਂ ਦੇ ਭਰਮ ਦੇ ਵਿੱਚ ਭਰਮਦੀ ਰਹਿੰਦੀ ਹੈ। ਇੱਕ ਗ੍ਰਹਿ ਕੁਟੰਬ ਮਹਿ ਸਦਾ ਉਦਾਸੀ। ਇੱਕ ਗੁਰਮੁਖ ਜਨ ਘਰ ਅਤੇ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਇਸ ਦੇ ਮੋਹ ਤੋਂ ਹਮੇਸ਼ਾ ਉਪਰਾਮ ਰਹਿੰਦੇ ਹਨ। ਸ਼ਬਦ ਮੂਏ ਹਰ ਨਾਮ ਨਿਵਾਸੀ। ਉਹ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਤੋਂ ਮਰ ਗਏ ਨੇ ਅਤੇ ਉਹਨਾਂ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਦਾ ਵਾਸਾ ਰਹਿੰਦਾ ਹੈ। ਆਨ ਦਿਨ ਸਦਾ ਰਹਾ ਹੈ ਰੰਗ ਰਾਤੀ। ਉਹ ਰਾਤ ਦਿਨ ਹਮੇਸ਼ਾ ਪ੍ਰੇਮ ਜਾਂ ਆਨੰਦ ਵਿੱਚ ਰਤੇ ਰਹਿੰਦੇ ਹਨ। ਭੈ ਭਾਈ ਭਗਤ ਚਿਤ ਲਾਈ ਹੈ। ਉਹਨਾਂ ਨੇ ਡਰ ਅਤੇ ਪ੍ਰੇਮ ਧਾਰਨ ਕਰਕੇ ਭਗਤੀ ਵਿੱਚ ਮਨ ਦੀ ਬਿਰਤੀ ਲਾਉਣਾ ਕੀਤੀ ਹੈ। ਮਨ ਮੁਖ ਨਿੰਦਾ ਕਰ ਕਰ ਬੇਗੁੱਤਾ। ਮਨਮੁਖ ਪੁਰਖ ਆਪ ਜਸ ਕਰ ਕਰਕੇ ਖਰਾਬ ਹੁੰਦਾ ਰਹਿੰਦਾ ਹੈ। ਅੰਦਰ ਲੋਭ ਭੌਂਕੈ ਜਿਸ ਕੁੱਤਾ। ਜਿਸ ਦੇ ਹਿਰਦੇ ਵਿੱਚ ਪਦਾਰਥਾਂ ਦਾ ਲਾਲਚ ਰੂਪ ਕੁੱਤਾ ਭੌਂਕਦਾ ਰਹਿੰਦਾ ਹੈ। ਜਮਕਾਲ ਤਿਸ ਕਦੇ ਨਾ ਛੋੜੈ। ਤਿਸ ਪੁਰਖ ਨੂੰ ਯਮਦੂਤ ਕਦੇ ਵੀ ਛੱਡਦਾ ਨਹੀਂ ਹੈ। ਅੰਤ ਗਿਆ ਪਛਤਾਈ ਹੈ। ਅਤੇ ਅਖੀਰ ਨੂੰ ਪਛਤਾਤਾਪ ਕਰਦਾ ਹੋਇਆ ਸੰਸਾਰ ਤੋਂ ਕੋਚ ਕਰਕੇ ਪਰਲੋਕ ਨੂੰ ਗਿਆ ਹੈ। ਸੱਚੈ ਸ਼ਬਦ ਸੱਚੀ ਬਾਤ ਹੋਈ। ਜੋ ਸੱਚੇ ਗੁਰਾਂ ਦੇ ਉਪਦੇਸ਼ ਨੂੰ ਕਮਾਉਂਦਾ ਹੈ ਉਸ ਦੀ ਲੋਕ ਪਰਲੋਕ ਵਿੱਚ ਸੱਚੀ ਇੱਜ਼ਤ ਹੁੰਦੀ ਹੈ।
ਬਿਨ ਨਾਵੈ ਮੁਕਤ ਨਾ ਪਾਵੈ ਕੋਈ। ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾ ਕੋਈ ਵੀ ਪ੍ਰਾਣੀ ਮੁਕਤੀ ਨਹੀਂ ਪਾ ਸਕਦਾ। ਬਿਨ ਸਤਿਗੁਰ ਕੋ ਨਾਉ ਨਾ ਪਾਏ। ਸਤਿਗੁਰੂ ਸਾਹਿਬ ਜੀ ਤੋਂ ਬਿਨਾ ਕੋਈ ਵੀ ਪ੍ਰਭੂ ਦਾ ਨਾਮ ਨਹੀਂ ਪਾ ਸਕਦਾ। ਰੱਬ ਐਸੀ ਬਣਤ ਬਣਾਈ ਹੈ। ਪਰਮੇਸ਼ਰ ਨੇ ਅਜਿਹੀ ਹੀ ਮਰਿਆਦਾ ਬਣਾਉਣਾ ਕੀਤੀ ਹੈ। ਇੱਕ ਸਿੱਧ ਸਾਧਕ ਬਹੁਤ ਵਿਚਾਰੀ। ਇੱਕ ਸਿੱਧੀ ਕਰਨ ਵਾਲੀ ਸਿੱਧ, ਸਾਧਨਾ ਕਰਨ ਵਾਲੀ ਜਗਿਆਸੂ ਅਤੇ ਬੇਅੰਤ ਵਿਚਾਰ ਕਰਨ ਵਾਲੇ ਹਨ। ਕਹਿ ਨਿਸ ਨਾਮ ਰਤੇ ਨਿਰੰਕਾਰੀ। ਇੱਕ ਗੁਰਮੁਖ ਜਨ ਦਿਨ ਰਾਤ ਅਕਾਰਾਂ ਤੋਂ ਰਹਿਤ ਪ੍ਰਭੂ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਹਨ। ਜਿਸਨੋ ਆਪ ਮਿਲਾਈ ਸੋ ਬੁਝੈ। ਜਿਸ ਪੁਰਖ ਨੂੰ ਪਰਮਾਤਮਾ ਆਪ ਗੁਰਾਂ ਨਾਲ ਮਿਲਾਉਂਦਾ ਹੈ, ਉਹ ਆਪਣੇ ਸਰੂਪ ਨੂੰ ਬੁੱਝਦਾ ਸਮਝਦਾ ਹੈ। ਭਗਤ ਭਾਈ ਭਉ ਜਾਈ ਹੈ। ਫਿਰ ਪ੍ਰੇਮਾ ਭਗਤੀ ਕਰਕੇ ਉਸ ਦਾ ਸਾਰਾ ਡਰ ਚਲਿਆ ਜਾਂਦਾ ਹੈ। ਇਸਨਾਨ ਦਾਨ ਕਰਹਿ ਨਹੀਂ ਬੁਝਹਿ। ਕਈ ਤੀਰਥਾਂ ਆਦਿਕ ਦੇ ਇਸ਼ਨਾਨ ਨਹਾਉਣਾ ਕਰਦੇ ਨੇ ਅਤੇ ਦਾਨ ਖੈਰਾਤ ਦੇਣਾ ਕਰਦੇ ਨੇ, ਪਰ ਆਪਣੇ ਸਰੂਪ ਨੂੰ ਬੁੱਝਦੇ ਨਹੀਂ ਹਨ। ਜਾਂ ਗੁਰਾਂ ਤੋਂ ਅੰਮ੍ਰਿਤ ਨਾਮ ਨੂੰ ਜਪਣ ਬਾਬਤ ਪੁੱਛਦੇ ਨਹੀਂ ਹਨ। ਮਨੁਆ ਮਾਰ ਮਨ ਐਸਿਓ ਲੁਝਹਿ। ਕਈ ਗੁਰਮੁਖ ਜਨ ਆਪਣੇ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਮਾਰ ਕੇ ਖਤਮ ਕਰਕੇ ਮਨ ਸਿਓ ਜੂਝ ਮਰੇ ਪ੍ਰਪਾਏ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ। ਆਪਦੇ ਮਨ ਦੇ ਨਾਲ ਹੀ ਉਹ ਝਗੜਦੇ ਰਹਿੰਦੇ ਹਨ, ਮਨ ਹੀ ਮੰਝ ਸਮਾਏ। ਸਾਚੈ ਸ਼ਬਦ ਰਤੀ ਕਰੰਗੀ। ਮਤਲਬ ਮਨ ਨੂੰ ਚੰਗਾ ਬਣਾਉਣਾ ਕਰਦੇ ਰਹਿੰਦੇ ਨੇ। ਉਹ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਰੰਗੇ ਹੋਏ ਇੱਕ ਰੰਗੀ, ਇੱਕ ਵਾਹਿਗੁਰੂ ਦੇ ਰੰਗ ਵਾਲੇ ਭਾਵ ਇੱਕੋ ਸਰੂਪ ਹੋ ਜਾਂਦੇ ਹਨ। ਸਾਚੈ ਸ਼ਬਦ ਮਿਲਾਈ ਹੈ। ਪਰਮੇਸ਼ਰ ਨੇ ਸੱਚੇ ਗੁਰਾਂ ਦੇ ਉਪਦੇਸ਼ ਦੇ ਵਿੱਚ ਹੀ ਉਹਨਾਂ ਦੀ ਬਿਰਤੀ ਮਿਲਾਉਣਾ ਕੀਤੀ ਹੈ। ਆਪੇ ਸਿਰਜੀ ਦੇ ਵਡਿਆਈ। ਪਰਮੇਸ਼ਰ ਆਪ ਹੀ ਸਭ ਸੰਸਾਰ ਨੂੰ ਸਿਰਜਦਾ ਰਚਦਾ ਹੈ ਅਤੇ ਆਪ ਹੀ ਸ਼ੋਭਾ ਦਿੰਦਾ ਹੈ। ਇਸੇ ਪ੍ਰਕਾਰ ਆਪੇ ਸਿਰਜੀ ਦੇ ਵਡਿਆਈ। ਪਰਮੇਸ਼ਰ ਆਪ ਹੀ ਜਗਿਆਸੂਆਂ ਦੇ ਹਿਰਦੇ ਅੰਦਰ ਸ਼ੁਭ ਗੁਣ ਸਿਰਜਦਾ ਹੈ ਅਤੇ ਆਪ ਹੀ ਨਾਮ ਦੀ ਸਰੂਪ ਦੀ ਪ੍ਰਾਪਤੀ ਰੂਪ ਵਡਿਆਈ ਦਿੰਦਾ ਹੈ। ਆਪੇ ਭਾਣੈ ਦੇ ਮਿਲਾਈ। ਆਪ ਹੀ ਆਪਣੇ ਹੁਕਮ ਅਨੁਸਾਰ ਸ਼ਰਧਾ ਦੇ ਕੇ ਗੁਰਾਂ ਦੇ ਮੇਲ ਵਿੱਚ ਮੇਲ ਦਿੰਦਾ ਹੈ, ਜਾਂ ਆਪ ਹੀ ਨਿਸ਼ਚਾ ਦੇ ਕੇ ਆਪਣੇ ਸਰੂਪ ਦੇ ਵਿੱਚ ਮੇਲ ਲੈਂਦਾ ਹੈ। ਆਪੇ ਨਦਰ ਕਰੀ ਮਨ ਵਸਿਆ। ਪਰਮਾਤਮਾ ਆਪ ਹੀ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਅਤੇ ਗੁਰਮੁਖਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਆਪਾਂ ਵੀ ਬੇਨਤੀ ਕਰੀਏ, ਪੜ੍ਹੀ ਦਾ ਤਾਂ ਬੜਾ ਹੈ, ਦਿਨ ਰਾਤ ਪੜ੍ਹਦੇ ਹੀ ਰਹੀਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਰ ਪੜ੍ਹਨ ਤੋਂ ਬਾਅਦ ਅਰਦਾਸ ਵੀ ਕਰੀਏ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦ, ਹਰ ਕਰ ਕਿਰਪਾ ਮਨ ਵਸ ਜੀਓ। ਇਹ ਮੇਰੇ ਗੋਬਿੰਦ, ਕਿਰਪਾ ਕਰਕੇ ਇਹ ਜੋ ਪੜ੍ਹਾਈ ਆਪਾਂ ਪੜ੍ਹ ਰਹੇ ਹਾਂ ਇਹਨੂੰ ਮਨ ਦੇ ਵਿੱਚ ਵਸਾ ਵੀ ਦੇ। ਆਪਣਾ ਨਾਮ, ਆਪਣਾ ਸਰੂਪ
ਹਿਰਦੇ ਵਿੱਚ ਵਸਾਉਣਾ ਕਰ। ਮੇਰੇ ਪ੍ਰਭ ਇਉਂ ਫਰਮਾਈ ਹੈ। ਮੇਰੇ ਪਰਮਾਤਮਾ ਨੇ ਸੋ ਆਪ ਹੀ ਸਾਧ ਸੰਗਤ ਜੀਓ ਸਮਰੱਥ ਜਿਹੜਾ ਵਾਹਿਗੁਰੂ ਹੈ, ਇਵੇਂ ਹੀ ਮੇਰੇ ਤਾਈ ਸਿੱਖਿਆ ਫਰਮਾਉਣਾ ਕੀਤੀ, ਹੁਕਮ ਕਰਨਾ ਕੀਤਾ ਹੈ। ਸਤਿਗੁਰ ਸੇਵਾ ਹੈ ਸੀ ਜਨ ਸਾਚੀ। ਜੋ ਸਤਿਗੁਰਾਂ ਦੀ ਸੇਵਾ ਕਰਦੇ ਨੇ ਉਹ ਪੁਰਖ ਸੱਚੇ ਜੀਵਨ ਵਾਲੇ ਹਨ। ਮਨਮੁਖ ਸੇਵ ਨਾ ਜਾਣਨ ਕਾਚੀ। ਮਨਮੁਖ ਪੁਰਸ਼ ਕੱਚੇ ਵਿਸ਼ਿਆਂ ਵਿੱਚ ਲੱਗੇ ਹੋਏ ਨੇ, ਜਿਸ ਕਰਕੇ ਉਹ ਸਤਿਗੁਰਾਂ ਦੀ ਸੇਵਾ ਕਰਨੀ ਜਾਣਦੇ ਨਹੀਂ ਹਨ। ਆਪੇ ਕਰਤਾ ਕਰ ਕਰ ਵੇਖੈ। ਰਚਨਹਾਰ ਪਰਮਾਤਮਾ ਆਪ ਹੀ ਜਗਤ ਨੂੰ ਕਰਕੇ ਪੈਦਾ ਫਿਰ ਪਾਲਣਾ ਕਰਕੇ ਵੇਖ ਰਿਹਾ ਹੈ। ਜੋ ਭਾਵੈ ਤਿਉ ਲਾਈ ਹੈ। ਜਿਵੇਂ ਉਸ ਨੂੰ ਭਾਉਂਦਾ ਹੈ ਤਿਵੇਂ ਹੀ ਜੀਵਨ ਦੀ ਵਾਸ਼ਨਾ ਦੇ ਅਨੁਸਾਰ ਕਰਮਾਂ ਵਿੱਚ ਲਾ ਦਿੰਦਾ ਹੈ। ਜੁਗ ਜੁਗ ਸਾਚਾ ਏਕੋ ਦਾਤਾ। ਇਹ ਭਾਈ ਜੁਗਾਂ ਜੁਗਾਂ ਵਿੱਚ ਸੱਚਾ ਪਰਮਾਤਮਾ ਹੀ ਇੱਕ ਦਾਤਾ ਦੇਣ ਵਾਲਾ ਹੈ। ਭਾਗ ਗੁਰ ਸ਼ਬਦ ਪਛਾਤਾ। ਜਿਨ੍ਹਾਂ ਦੇ ਪੂਰਨ ਭਾਗ ਹਨ ਉਹਨਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਪਰਮੇਸ਼ਰ ਦੇ ਸਰੂਪ ਨੂੰ ਪਹਿਚਾਨਣਾ ਕੀਤਾ ਹੈ। ਸ਼ਬਦ ਮਿਲੇ ਸੇ ਵਿਛੜੇ ਨਾਹੀ। ਜੋ ਗੁਰਾਂ ਦੇ ਉਪਦੇਸ਼ ਵਿੱਚ ਮਿਲੇ ਨੇ ਉਹ ਕਦੇ ਵੀ ਵਿਛੜਦੇ ਨਹੀਂ ਹਨ। ਦਰੀ ਸਹਿਜ ਮਿਲਾਈ ਹੈ। ਪਰਮੇਸ਼ਰ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸੁਭਾਵਕ ਹੀ ਆਪਣੇ ਸਰੂਪ ਦੇ ਵਿੱਚ ਮਿਲਾ ਲਏ ਹਨ। ਆਉ ਮੈਂ ਮਾਇਆ ਮੈਲ ਕਮਾਇਆ। ਜੋ ਮਨੁੱਖ ਮਾਇਆ ਦੀ ਹੰਗਤਾ ਕਰਕੇ ਮਲੀਨ ਪਾਪਾਂ ਵਾਲੇ ਕਰਮਾਂ ਨੂੰ ਕਮਾਉਣਾ ਕਰਦੇ ਹਨ। ਮਰ ਮਰ ਜੰਮ ਹੈ ਦੂਜਾ ਭਾਇਆ। ਉਹ ਦਵੈਤ ਭਾਵ ਦੇ ਵਿੱਚ ਲੱਗਣ ਕਰਕੇ ਮਰ ਮਰ ਕੇ ਜੰਮਦੇ ਰਹਿੰਦੇ ਨੇ, ਜਾਂ ਮੌਤ ਦੇ ਮਾਰੇ ਹੋਏ ਮਰਦੇ ਅਤੇ ਵਾਸ਼ਨਾ ਦੇ ਵੱਜੇ ਹੋਏ ਜੰਮਦੇ ਮਰਦੇ ਰਹਿੰਦੇ ਹਨ। ਬਿਨ ਸਤਿਗੁਰ ਸੇਵੇ ਮੁਕਤ ਨ ਹੋਈ। ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕੀਤੀ ਤੋਂ ਬਿਨਾ ਕਿਸੇ ਦੀ ਵੀ ਮੁਕਤੀ ਨਹੀਂ ਹੋਈ ਹੈ। ਮਨ ਦੇਖਾਓ ਲਿਵ ਲਾਈ ਹੈ। ਜੇਕਰ ਕੋਈ ਸੰਸਾ ਹੈ ਤਾਂ ਆਪਦੇ ਹਿਰਦੇ ਵਿੱਚ ਬਿਰਤੀ ਲਗਾ ਕੇ ਵੇਖ ਲਵੋ, ਕਿਸੇ ਦੀ ਮੁਕਤੀ ਹੋਈ ਹੈ ਅੱਜ ਤੱਕ? ਬਿਲਕੁਲ ਨਹੀਂ। ਮਨ ਦੀ ਬਿਰਤੀ ਲਗਾ ਕੇ ਵੇਖੋ, ਜਿਸ ਨੇ ਗੁਰਾਂ ਦੁਆਰਾ ਆਪਣੀ ਬਿਰਤੀ ਲਾਈ ਹੈ ਉਸੇ ਦੀ ਹੋਈ ਮੁਕਤੀ ਹੋਈ ਹੈ। ਜੋ ਤਿਸ ਭਾਵੈ ਸੋਈ ਕਰਸੀ। ਇਹ ਭਾਈ ਜੋ ਕੁਝ ਵੀ ਤਿਸ ਪਰਮੇਸ਼ਰ ਨੂੰ ਭਾਉਂਦਾ ਹੈ ਉਹੀ ਤਿੰਨਾਂ ਗੱਲਾਂ ਵਿੱਚ ਕਰਦਾ ਸੀ, ਕਰਸੀ। ਕਰਦਾ ਸੀ ਪਾਸਟ ਟੈਂਸ, ਕਰਦਾ ਹੈ ਪ੍ਰੈਜ਼ੈਂਟ ਟੈਂਸ ਤੇ ਕਰੇਗਾ ਫਿਊਚਰ ਟੈਂਸ। ਸੋ ਇੰਜ ਉਹ ਵਾਹਿਗੁਰੂ ਅਕਾਲ ਪੁਰਖ ਆਪਦੀ ਮਰਜ਼ੀ ਕਰਦਾ ਹੈ। ਆਪ ਹੋਆ ਨਾ ਕਿਛ ਹੋਸੀ। ਆਪਦੇ ਹੰਕਾਰ ਨਾਲ ਨਾ ਕੁਝ ਪਿੱਛੇ ਹੋਸੀ ਹੋਇਆ ਸੀ ਪਾਸਟ, ਤੇ ਨਾ ਹੀ ਹੁਣ ਹੋ ਰਿਹਾ ਹੈ ਪ੍ਰੈਜ਼ੈਂਟ, ਤੇ ਨਾ ਹੀ ਅੱਗੇ ਨੂੰ ਹੋਵੇਗਾ ਵੈਲ ਸ਼ੈਲ ਕੁਝ ਵੀ। ਸੋ ਉਸ ਵਾਹਿਗੁਰੂ ਦੀ ਮਰਜ਼ੀ ਤੋਂ ਬਗੈਰ ਨਹੀਂ ਹੁੰਦਾ ਹੈ। ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ। ਇਸ ਲਈ ਕਿਸੇ ਦੇ ਅੱਗੇ ਵਿੱਚ ਕਰਨੀ, ਤਰਲੇ ਮਾਰਨੇ, ਉਹਦੀਆਂ ਮਿੰਨਤਾਂ ਹਾੜੇ ਕੱਢਣੇ ਬਿਲਕੁਲ ਛੱਡ ਦਿਓ, ਕਿਉਂਕਿ ਕਰਨ ਕਰਾਉਣ ਵਾਲਾ ਤਾਂ ਰੱਬ ਹੀ ਹੈ। ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਤੁਸੀਂ ਉਹਦੇ ਚਰਨਾਂ 'ਚ ਅਰਦਾਸ ਕਰੋ ਵੀ ਤੁਹਾਡੀ ਹਮੇਸ਼ਾ ਜਿੱਤ ਹੋਵੇ। ਸੱਚੇ ਪਾਤਸ਼ਾਹ ਕਿਰਪਾ ਕਰੇਗਾ। ਬਾਦਸ਼ਾਹ ਸਾਹ ਸਭ ਵਸ ਕਰ ਦੀਨੇ,
कोई मंत्री शंदरी बादशाह दी ताकत नहीं ਅੰਮ੍ਰਿਤ भी वो कुछ कर सके। ਕਰਨ ਕਰਾਉਣ ਵਾਲਾ ਪਰਮੇਸ਼ਰ ਹੈ। ਜੇ ਤੁਸੀਂ ਅਰਦਾਸ ਕਰੋਗੇ ਤੁਹਾਡੇ ਵਸ ਵਿੱਚ ਕਰ ਦੇਵੇਗਾ। ਨਾਨਕ ਨਾਮ ਮਿਲੈ ਵਡਿਆਈ। ਸਤਿਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਨੂੰ ਗੁਰਾਂ ਦੀ ਕਿਰਪਾ ਦੁਆਰਾ ਨਾਮ ਦੀ ਸ਼ੋਭਾ ਮਿਲੀ ਹੈ, ਦਰ ਸਾਚੈ ਪਤ ਪਾਈਏ। ਉਹਨਾਂ ਨੇ ਸੱਚੇ ਸਾਧ ਸੰਗਤ ਸੱਚਖੰਡ ਰੂਪੀ ਦੁਆਰੇ ਵਿੱਚ ਇੱਜ਼ਤ ਪਾਉਣਾ ਕੀਤੀ ਹੈ। ਮਾਰੂ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ੋ ਪਾਵਨ ਫਰਮਾਨ ਕਰਦੇ ਹਨ। ਜੋ ਆਇਆ ਸੋ ਸਭ ਕੋ ਜਾਸੀ। हे ਭਾਈ, ਜੋ ਵੀ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ ਉਹ ਸਭ ਕੋਈ ਸਰੀਰ ਕਰਕੇ ਚਲਿਆ ਜਾਵੇਗਾ। ਜੈ ਭਾਈ ਬਾਦਾ ਜਮ ਫਾਸੀ। ਦਵੈਤ ਭਾਵ ਦੇ ਵਿੱਚ ਲੱਗਾ ਹੋਇਆ ਜੀਵ ਯਮਦੂਤਾਂ ਦੀ ਫਾਹੀ ਵਿੱਚ ਵੱਜ ਜਾਂਦਾ ਹੈ। ਸਤਿਗੁਰ ਰਾਖੇ ਸੇ ਜਨ ਉਬਰੇ। ਜਿਹੜੇ ਪੁਰਖ ਸਤਿਗੁਰਾਂ ਨੇ ਕਿਰਪਾ ਕਰਕੇ ਦਵੈਤ ਭਾਵ ਤੋਂ ਰੱਖ ਲਏ ਨੇ ਉਹ ਪੁਰਖ ਮਾਇਆ ਜਮਾ ਇਹਨਾਂ ਦੀ ਬੰਧਨਾਂ ਤੋਂ ਬਚ ਗਏ ਹਨ। ਸਾਚੀ ਸਾਚ ਸਮਾਈ ਹੈ। ਉਹ ਸੱਚਾ ਨਾਮ ਜਪਣ ਵਾਲਿਆਂ ਦੀ ਸੱਚ ਸਰੂਪ ਦੇ ਵਿੱਚ ਲੀਨਤਾ ਹੋਈ ਹੈ। ਆਪੇ ਕਰਤਾ ਕਰ ਕਰ ਵਿਖੈ। ਪਰਮਾਤਮਾ ਆਪ ਹੀ ਸਭ ਸੰਸਾਰ ਦਾ ਰਚਨਹਾਰ ਹੈ ਤੇ ਪ੍ਰਭੂ ਆਪ ਹੀ ਸੰਸਾਰ ਨੂੰ ਕਰਕੇ ਉਤਪਤ ਫਿਰ ਪਾਲਣਾ ਕਰਕੇ ਵੇਖ ਰਿਹਾ। ਕੀ ਵੇਖ ਰਿਹਾ? ਵੀ ਇਹ ਬੁੱਧੂ ਮੇਰੇ ਵੱਲ ਆਉਂਦੇ ਨੇ ਕਿ ਮਾਇਆ ਨੂੰ ਜਕੜ ਬੰਦ ਮਾਰਦੇ ਨੇ। ਉਹ ਮੇਰੇ ਵਰਗੇ ਬੁੱਧੂ ਦਾਤ ਪਿਆਰੀ ਵਿਸਰਿਆ ਦਾਤਾਰ ਦਾਤਾ ਨੂੰ ਪਿਆਰ ਕਰਦੇ ਨੇ ਤੇ ਮੋਹ ਪਿਆਰ ਵਿੱਚ ਉਹਨਾਂ ਨੂੰ ਹੀ ਜਪੀਆਂ ਪਾਈ ਜਾਣਗੇ। ਰੱਬ ਦੀ ਗੱਲ ਹੀ ਨਹੀਂ ਕੋਈ, ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦੇ। ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨਿ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ। ਇਹ ਮਹਾਰਾਜ ਨੇ 6ਵੀਂ ਅਸ਼ਟਪਦੀ ਵਿੱਚ ਪ੍ਰਭੂ ਦੇ ਪਰਉਪਕਾਰ ਇਸ ਲਈ ਯਾਦ ਕਰਾਏ ਨੇ। ਜਿਸਨੋ ਨਦਰ ਕਰੇ ਸੋਈ ਜਨ ਲਿਖੈ। ਜਿਸ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹੀ ਪੁਰਖ ਪ੍ਰਮਾਨਗੀ ਵਿੱਚ ਪੈਂਦਾ ਹੈ। ਕਿਰਪਾ ਦ੍ਰਿਸ਼ਟੀ ਤਾਂ ਸਾਰਿਆਂ ਦੇ ਉੱਪਰ ਹੀ ਹੈ। ਮਹਾਰਾਜ ਦਾ ਬਚਨ ਹੈ ਸਭਨਾ ਉੱਪਰ ਨਦਰ ਹੈ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਜੇ ਤੇ ਥੋੜੀ ਹੈ ਉਹ ਥੋੜਾ ਦੂਰ ਹੈ, ਜਿਹਦੇ ਤੇ ਬਹੁਤੀ ਹੈ ਉਹ ਨੇੜੇ ਹੋ ਜਾਂਦਾ। ਇਸ ਲਈ ਮਹਾਰਾਜ ਦੀ ਨਿਗਾਹ ਸਾਡੇ ਸਾਰਿਆਂ ਦੇ ਹੈ। ਅਰਦਾਸ ਕਰਨੀ ਚਾਹੀਦੀ ਹੈ ਕਿ ਕਿਰਪਾ ਕਰੋ ਜੀ ਸਾਡੀ ਕਰਨੀ ਕਮਾਈ ਆਪਦੇ ਲੇਖੇ ਵਿੱਚ ਪੈ ਜਾਵੇ। ਗੁਰਮੁਖ ਗਿਆਨ ਤਿਸ ਸਭ ਕਿਛ ਸੂਝੈ। ਕਿਉਂਕਿ ਸੇਵਕ ਸਿੱਖ ਪੂਜਨ ਸਭ ਆਵੇ ਹੈ, ਸਭ ਗਾਵੇ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਈ ਬਾਵੇ। ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੱਲ ਤਾਂ ਥਾਈ ਪੈਣ ਦੀ ਹੈ। ਮਹਾਰਾਜ ਕਿਰਪਾ ਕਰਕੇ ਪ੍ਰਮਾਨਗੀ ਵਿੱਚ ਪੈ ਜਾਵੇ। ਜਿਸ ਮਨੁੱਖ ਨੂੰ ਮੁਖੀ ਗੁਰਾਂ ਦੁਆਰਾ ਗਿਆਨ ਪ੍ਰਾਪਤ ਹੋਇਆ ਹੈ ਉਸ ਨੂੰ ਭਲਾ ਬੁਰਾ ਸਾਰਾ ਕੁਝ ਸੁਝ ਆਉਂਦਾ ਦਿਸ ਆਉਂਦਾ ਹੈ ਜਾਂ ਸਭ ਕੁਝ ਬ੍ਰਹਮ ਰੂਪ ਹੀ ਦਿਸ ਆਉਂਦਾ ਹੈ। ਗਿਆਨੀ ਅੰਧ ਕਮਾਈ ਹੈ। ਅਤੇ ਗਿਆਨ ਤੋਂ ਰਹਿਤ ਪੁਰਖ ਅਗਿਆਨਦਾਈ ਵਾਲੇ ਕਰਮਾਂ ਦੀ ਕਮਾਈ ਕਰਦਾ ਰਹਿੰਦਾ ਹੈ। ਮਨਮੁਖ ਸਹਸਾ ਬੂਝ ਨਾ ਪਾਈ। ਮਨਮੁਖ ਪੁਰਖ ਨੂੰ ਹਰ ਵੇਲੇ ਪਰਮਾਨਗਤ ਸੰਸਾ ਪਰਮੇਗਤ ਸੰਸਾ ਆਦਿਕ ਬਣਿਆ ਰਹਿੰਦਾ ਹੈ। ਜਿਸ ਕਰਕੇ ਉਸਨੇ ਆਪਣੇ ਸਰੂਪ ਦੀ
ਸੋਝੀ ਨਹੀਂ ਪਾਈ। ਮਰ ਮਰ ਜੰਮੈ ਜਨਮ ਗਵਾਈ। ਉਹ ਮੌਤ ਦਾ ਮਾਰਿਆ ਹੋਇਆ ਮਰ ਮਰ ਕੇ ਜੰਮਦਾ ਰਹਿੰਦਾ ਹੈ। ਉਹ ਆਪਣਾ ਅਮੋਲਕ ਮਨੁੱਖਾ ਜਨਮ ਵੀ ਵਿਅਰਥ ਗਵਾ ਲੈਂਦਾ ਹੈ। ਗੁਰਮੁਖ ਨਾਮ ਰਤੇ ਸੁਖ ਪਾਇਆ। ਜੋ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਹੋਏ ਨੇ, ਉਹਨਾਂ ਨੇ ਆਤਮਿਕ ਸੁਖ ਪਾਇਆ ਹੈ। ਜੀ ਸਾਚ ਸਮਾਈ ਹੈ। ਸੁਤੇ ਸਿਧੀ ਹੀ ਉਹਨਾਂ ਦੀ ਬਿਰਤੀ ਸੱਚ ਸਰੂਪ ਦੇ ਵਿੱਚ ਸਮਾਈ ਹੈ, ਲੀਨ ਹੋਈ ਹੈ। ਤੰਦੈ ਧਾਵਤ ਮਨ ਭਇਆ ਮਨੂਰਾ। ਮਾਇਆ ਦੇ ਧੰਦਿਆਂ ਦੇ ਵਿੱਚ ਮਨਮੁਖਾਂ ਦਾ ਮਨ ਪਾਪਾਂ ਰੂਪੀ ਨਿਕੰਮਾ ਲੋਹਾ ਹੋਇਆ ਪਿਆ ਹੈ। ਫਿਰ ਹੋਵੈ ਕੰਚਨ ਭੇਟੈ ਗੁਰ ਸੂਰਾ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੀਹਾ। ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਜੇਕਰ ਪੂਰਾ ਗੁਰੂ ਮਿਲ ਪਵੇ ਤਾਂ ਫਿਰ ਸੋਨੇ ਦੀ ਤਰ੍ਹਾਂ ਸ਼ੁੱਧ ਚਿੱਤ ਵਾਲਾ ਹੋ ਜਾਂਦਾ ਹੈ, ਜਾਂ ਸੋਨੇ ਦੀ ਨਿਆਈ ਸ਼ੁੱਧ ਸਰੂਪ ਬ੍ਰਹਮ ਦਾ ਰੂਪ ਹੋ ਜਾਂਦਾ ਹੈ। ਆਪੇ ਬਖਸ਼ ਲਾਈ ਸੁਖ ਪਾਈ। ਜਿਸ ਨੂੰ ਪਰਮਾਤਮਾ ਆਪ ਬਖਸ਼ ਲੈਂਦਾ ਹੈ, ਉਹ ਆਤਮਕ ਆਨੰਦ ਪਾ ਲੈਂਦਾ ਹੈ। ਪੂਰਾ ਸ਼ਬਦ ਮਿਲਾਈ ਹੈ। ਫਿਰ ਉਸ ਕੋਲੋਂ ਪੂਰਨ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਵਾ ਕੇ ਆਪਣੇ ਸਰੂਪ ਦੇ ਵਿੱਚ ਮੇਲ ਲੈਂਦਾ ਹੈ। ਮਤ ਝੂਠੀ ਬੁਰੀ ਬੁਰਿਆਰ। ਖੋਟੀ ਮਤ ਵਾਲੀ ਜੀਵ ਰੂਪ ਇਸਤਰੀ ਝੂਠੀ ਅਤੇ ਬੁਰੀ, ਬੁਰੀਆਂ ਦੋਵੇਂ ਬੁਰੀ ਹੈ, ਜਾਂ ਬੁਰੀ ਸੰਗਤ ਕਰਕੇ ਬੁਰੀ ਹੋ ਰਹੀ ਹੈ, ਜਾਂ ਇਸ ਲੋਕ ਦੇ ਵਿੱਚ ਵੀ ਬੁਰੀ ਹੈ ਅਤੇ ਪਰਲੋਕ ਵਿੱਚ ਵੀ ਬੁਰੀ ਹੈ। ਔਗਣ ਯਾਰੀ ਔਗਣ ਯਾਰ। ਉਸ ਦੀ ਗੁਨਾਹਾਂ ਨੂੰ ਕਰਨ ਵਾਲੀ ਬਿਰਤੀ ਨੇ ਉਸ ਨੂੰ ਗੁਨਾਹਾਂ ਦੇ ਕਰਨ ਵਾਲੀ ਬਣਾ ਦਿੱਤਾ ਹੈ। ਕੱਚੀ ਮਦ ਫੀਕਾ ਮੁਖ ਬੋਲੇ। ਉਸ ਦੀ ਬੁੱਧੀ ਕੱਚੇ ਵੇਸ਼ੀਆਂ ਵਾਲੀ ਹੈ। ਉਹ ਮੂੰਹੋਂ ਵੀ ਬੇਰਸੀ ਦੇ ਬਚਨ ਬੋਲਦੀ ਹੈ। ਗੁਰਮਤਿ ਨਾਮ ਨਾ ਪਾਈ ਹੈ। ਖੋਟੀ ਮਤ ਕਰਕੇ ਉਹ ਪਰਮੇਸ਼ਰ ਦੇ ਨਾਮ ਨੂੰ ਨਹੀਂ ਪਾ ਸਕਦੀ ਹੈ। ਔਗਣ ਯਾਰੀ ਕਾਂਤ ਨਾ ਭਾਵੈ। ਗੁਨਾਹਾਂ ਨਾਲ ਭਰੀ ਹੋਈ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਨੂੰ ਚੰਗੀ ਨਹੀਂ ਲੱਗਦੀ ਹੈ। ਮਨ ਕੀ ਝੂਠੀ ਝੂਠ ਕਮਾਵੈ। ਉਹ ਮਨ ਦੀ ਵੀ ਅਪਵਿੱਤਰ ਹੈ ਅਤੇ ਸਰੀਰ ਕਰਕੇ ਵੀ ਅਪਵਿੱਤਰਤਾ ਵਾਲੇ ਕਰਮ ਕਮਾਉਂਦੀ ਹੈ। ਕਾ ਸਾਉ ਨਾ ਜਾਣੈ ਮੂਰਖ। ਉਹ ਬੇਸਮਝ ਜੀਵ ਰੂਪ ਇਸਤਰੀ ਪਤੀ ਅਕਾਲ ਪੁਰਖ ਦਾ ਆਨੰਦ ਨਹੀਂ ਜਾਣਦੀ। ਬਿਨ ਗੁਰ ਪੂਜ ਨਾ ਪਾਈ ਹੈ। ਗੁਰਾਂ ਤੋਂ ਬਿਨਾ ਕਿਸੇ ਨੇ ਵੀ ਆਤਮਿਕ ਜੀਵਨ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ। ਦੁਰਮਤ ਖੋਟੀ ਖੋਟ ਕਮਾਵੈ। ਮੂਰਖਤਾ ਵਾਲੀ ਜੀਵ ਰੂਪ ਇਸਤਰੀ ਬੁਰੇ ਆਚਰਨ ਵਾਲੀ ਹੈ। ਉਹ ਦੋਸ਼ ਖੋਟਤਾਈ ਵਾਲੀ ਕੰਮਾਂ ਨੂੰ ਹੀ ਕਮਾਉਂਦੀ ਹੈ। ਸੀਗਾਰ ਕਰੇ ਫਿਰ ਖਸਮ ਨਾ ਪਾਵੈ। ਬਾਹਰੋਂ ਸਾਧਨਾ ਰੂਪੀ ਸ਼ਿੰਗਾਰ ਵੀ ਕਰਦੀ ਹੈ, ਪਰ ਪਤੀ ਅਕਾਲ ਪੁਰਖ ਨੂੰ ਪਾਉਂਦੀ ਨਹੀਂ ਹੈ। ਗੁਣਵੰਤੀ ਸਦਾ ਫਿਰ ਰਾਵੈ। ਗੁਣਾਂ ਵਾਲੀ ਗੁਰਮੁਖ ਜੀਵ ਰੂਪ ਇਸਤਰੀ ਹਮੇਸ਼ਾ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਮਾਣਦੀ ਹੈ। ਸਤਿਗੁਰ ਮੇਲ ਮਿਲਾਈ। ਸਤਿਗੁਰਾਂ ਨੇ ਉਸ ਦੀ ਬਿਰਤੀ ਉਸ ਦੀ ਬੁੱਧੀ ਆਪ ਦੇ ਮੇਲ ਵਿੱਚ ਮਿਲਾ ਲਈ ਹੈ। ਆਪੇ ਹੁਕਮ ਕਰੇ ਸਭ ਵਿਖੈ। ਪਰਮੇਸ਼ਰ ਆਪ ਹੀ ਆਪਣੇ ਹੁਕਮ ਦੇ ਵਿੱਚ ਸਾਰੇ ਜਗਤ ਨੂੰ ਰਚਨਾ ਕਰਦਾ ਹੈ ਅਤੇ ਆਪ ਹੀ ਸਾਰੇ ਜੀਵਾਂ ਦੇ ਕਰਮਾਂ ਨੂੰ
ਵੇਖਣਾ ਕਰਦਾ ਹੈ। ਨਾ ਬਖਸ਼ ਲਾਏ ਤੁਰ ਲਿਖੈ, ਤੁਰ ਦਰਗਾਹੋਂ ਲਿਖੇ ਹੋਏ ਲੇਖਾਂ ਅਨੁਸਾਰ ਇੱਕ ਨਾ ਗੁਰਮੁਖ ਜਨਾਂ ਨੂੰ ਬਖਸ਼ ਲੈਂਦਾ ਹੈ। ਜਿਹਨੂੰ ਬਖਸ਼ ਲੈਂਦਾ ਹੈ ਉਹਦੇ ਕੋਲੋਂ ਕੀ ਕਰਾਉਂਦਾ ਹੈ? ਆ ਕੰਮ। ਜਿਸ ਨੂੰ ਬਖਸ਼ ਲੈ ਹੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਸੋ ਹੇ ਵਾਹਿਗੁਰੂ, ਜਿਸ ਨੂੰ ਤੂੰ ਬਖਸ਼ ਲੈਂਦਾ ਮੇਰੇ ਪਿਆਰੇ, ਉਹੀ ਤੇਰਾ ਜਸ ਗਾ ਸਕਦਾ ਹੈ। ਮਤਲਬ ਜੇ ਮਹਾਰਾਜ ਨੇ ਸਾਨੂੰ ਟਾਈਮ ਦਿੱਤਾ ਕਥਾ ਦਾ ਜਾਂ ਕੀਰਤਨ ਦਾ, ਸਮਝ ਲਓ ਕਿ ਬਹੁਤਾ ਨਹੀਂ ਤਾਂ 1 ਘੰਟੇ ਲਈ ਸਾਨੂੰ ਬਖਸ਼ ਲਿਆ ਹੈ। ਦਿਨ ਨਾਮ ਰਤੇ ਸੱਚ ਪਾਇਆ, ਜੋ ਰਾਤ ਦਿਨ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ, ਉਹਨਾਂ ਨੇ ਸੱਚ ਸਰੂਪ ਨੂੰ ਪਾਇਆ ਹੈ। ਆਪੇ ਮੇਲ ਮਿਲਾਈ ਹੈ, ਪਰਮੇਸ਼ਰ ਨੇ ਆਪ ਹੀ ਉਹਨਾਂ ਨੂੰ ਗੁਰਾਂ ਦੇ ਮੇਲ ਵਿੱਚ ਮਿਲਾ ਕੇ ਆਪਣੇ ਸਰੂਪ ਨਾਲ ਮਿਲਾਉਣਾ ਕੀਤਾ ਹੈ। ਮੈਂ ਧਾਤ ਮੋਹ ਰਸ ਲਾਈ, ਮਾਇਆ ਜੀਵਾਂ ਨੂੰ ਦੇਹ ਦੀ ਹੰਗਤਾ, ਸੰਬੰਧੀ ਆਦਿਕ ਦੇ ਮੋਹ ਅਤੇ ਸ਼ਬਦ ਸਪਰਸ਼ ਆਦਿਕ ਰਸਾਂ ਗਸਾਂ ਵਿੱਚ ਲਾਈ ਰੱਖਦੀ ਹੈ। ਇਹਨੂੰ ਹੀ ਤਾਂ ਮਾਇਆ ਕਹਿੰਦੇ ਨੇ। ਮਨ ਉਧਰ ਨੂੰ ਭੱਜ ਜਾਂਦਾ ਹੈ, ਚੰਗੇ ਪਾਸੇ ਵੱਲ ਲਾਇਆ ਵੀ ਨਹੀਂ ਲੱਗਦਾ। ਇਸੇ ਪ੍ਰਕਾਰ ਮੈਂ ਧਾਤ ਮੋਹ ਰਸ ਲਾਈ, ਹਉਮੈ ਵਾਲੇ ਪੁਰਸ਼ ਜੂਨਾਂ ਵਿੱਚ ਧਾਉਂਦੇ ਰਹਿੰਦੇ ਨੇ। ਸਰੀਰਾਂ ਨਾਲ ਮੋਹ ਹੋਣ ਕਰਕੇ ਉਹਨਾਂ ਦੀ ਬਿਰਤੀ ਰਸਾਂ ਗਸਾਂ ਵਿੱਚ ਲੱਗੀ ਰਹਿੰਦੀ ਹੈ। ਗੁਰਮੁਖ ਲਿਵ ਸਾਚੀ ਸਹਿਜ ਸਮਾਈ, ਗੁਰਮੁਖ ਜਨਾਂ ਦੀ ਸੱਚੀ ਬਿਰਤੀ ਹੈ, ਕਿਉਂਕਿ ਉਹ ਸੁਤੇ ਸਿੱਧ ਹੀ ਜਾਂ ਸਹਿਜ ਸਰੂਪ ਦੇ ਵਿੱਚ, ਵਾਹਿਗੁਰੂ ਦੇ ਸਰੂਪ ਦੇ ਵਿੱਚ ਮਿਲੀ ਰਹਿੰਦੀ ਹੈ। ਆਪੇ ਮਿਲੈ ਆਪੇ ਕਰ ਵੇਖੈ, ਹਰੀ ਆਪ ਹੀ ਗੁਰਾਂ ਨਾਲ ਮਿਲਦਾ ਹੈ। ਆਪ ਹੀ ਜਗਿਆਸੂ ਰੂਪ ਹੋ ਕੇ ਸਾਧਨਾ ਨੂੰ ਕਰਕੇ ਆਪਣੇ ਸਰੂਪ ਨੂੰ ਵੇਖਦਾ ਹੈ। ਬਿਨ ਸਤਿਗੁਰ ਬੂਝ ਨਾ ਪਾਈ ਹੈ, ਪਰ ਇਹ ਸਮਝ ਸਤਿਗੁਰਾਂ ਤੋਂ ਬਿਨਾ ਨਹੀਂ ਪਾਈ ਜਾਂਦੀ। ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ, ਇੱਕ ਗੁਰਮੁਖ ਜਨ ਗੁਰਾਂ ਦੇ ਉਪਦੇਸ਼ ਨੂੰ ਵਿਚਾਰ ਕੇ ਹਮੇਸ਼ਾ ਗਿਆਨ ਅਵਸਥਾ ਵਿੱਚ ਜਾਗਦੇ ਹਨ। ਇੱਕ ਮਾਇਆ ਮੋਹੇ ਸੋਏ ਰਹੇ ਅਭਾਗੇ, ਇੱਕ ਭਾਗਾਂ ਤੋਂ ਹੀਰੇ ਮਨਮੁਖ ਪੁਰਖ ਮਾਇਆ ਦੇ ਮੋਹ ਵਿੱਚ ਸੁੱਤੇ ਰਹਿੰਦੇ ਨੇ। ਆਪੇ ਕਰੇ ਕਰਾਏ ਆਪੇ, ਪਰਮੇਸ਼ਰ ਆਪ ਹੀ ਜਗਿਆਸੂ ਰੂਪ ਹੋ ਕੇ ਨਾਮ ਸਿਮਰਨ ਦਾ ਅਭਿਆਸ ਕਰਦਾ ਹੈ। ਆਪ ਹੀ ਗੁਰੂ ਰੂਪ ਹੋ ਕੇ ਨਾਮ ਸਿਮਰਨ ਕਰਾਉਂਦਾ ਹੈ। ਇਸੇ ਪ੍ਰਕਾਰ ਆਪੇ ਕਰੇ ਕਰਾਏ ਆਪੇ, ਆਪ ਹੀ ਜਗਤ ਨੂੰ ਪੈਦਾ ਕਰਦਾ ਹੈ। ਆਪ ਹੀ ਜੀਵਾਂ ਦੀ ਵਾਸ਼ਨਾ ਅਨੁਸਾਰ ਉਹਨਾਂ ਕੋਲੋਂ ਕਰਮ ਕਰਾਉਂਦਾ ਹੈ। ਹੋਰ ਕਰਨਾ ਕਿਛੂ ਨਾ ਜਾਈ ਹੈ, ਹੋਰ ਕਿਸੇ ਪਾਸੋਂ ਕੁਝ ਵੀ ਕੀਤਾ ਨਹੀਂ ਜਾ ਸਕਦਾ ਹੈ। ਮਾਰ ਗੁਰ ਸ਼ਬਦ ਨਿਵਾਰੀ, ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਮਾਰਨ ਵਾਲੇ ਕਾਲ ਦੇ ਭੈ ਨੂੰ ਨਿਵਰਤ ਕਰ ਦਿੰਦੇ ਹਨ। ਹਰ ਕਾ ਨਾਮ ਰਖੈ ਉਰ ਧਾਰੇ, ਉਹ ਹਰੀ ਪਰਮੇਸ਼ਰ ਦਾ ਨਾਮ ਸਦਾ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ। ਸਤਿਗੁਰ ਸੇਵਾ ਤੇ ਸੁਖ ਪਾਇਆ, ਉਹਨਾਂ ਨੇ ਸਤਿਗੁਰਾਂ ਦੀ ਸੇਵਾ ਟਹਿਲ ਕਰਨ ਤੋਂ ਹੀ ਆਤਮਿਕ ਸੁਖ ਪਾਇਆ ਹੈ। ਹਰਿ ਕੈ ਨਾਮ ਸਮਾਈ ਹੈ, ਉਹਨਾਂ ਦੇ ਚਿੱਤ ਦੀ ਬਿਰਤੀ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਲੀਨ ਹੋਈ ਰਹਿੰਦੀ ਹੈ। ਜੈ ਭਾਏ ਫਿਰੈ ਦੀਵਾਨੀ, ਦਵੈਤ ਭਾਵ ਦੇ ਵਿੱਚ ਲੱਗੀ ਹੋਈ ਸ੍ਰਿਸ਼ਟੀ ਕਮਲੀ ਹੋਈ ਫਿਰਦੀ ਹੈ। ਕਮਲਿਆਂ ਸੰਤਾਂ ਨੂੰ ਸਮਝਦੀ ਹੈ ਵੀ ਇਹ ਕਮਲੇ ਨੇ,
कमली आप है दुनिया बिन नाम जग कमला फिरै। गुरमुख नदरी आया तीजे पाशा दे ही बचन। माया मोहे दुख माहे समानी। माया दे मोह करके कष्ट विच ही सृष्टि समाई रहिंदी है। बहुते भेख करै नह पाए। जो बहुते भेख करते ने वो परमेश्वर के स्वरूप नूं नहीं पा सकते। भेख दिखाए जगत को लोगन को बस कीन। अंतकाल काती कटियो बास नरक मोलीन। श्री अकाल उस्तत दसम ग्रंथ। काती नाम है छुरी दा। वो नरकां 'च वासा पाउणगे, काल दी छुरी नाल कटे जाणगे जिहड़े भेख विखा के जगत नूं ठगदे ने। बिन सतगुर सुख ना पाई है। सतगुरां नूं धारण कीते तो बिना सृष्टि सुख की प्राप्ति नहीं कर सकती है। जिसनो कहिया जाय आप कराए। हे भाई किसे नूं भला की आखिए जद परमात्मा आप ही उन्हां दी वासना दे अनुसार कर्म कराउंदा है। जित भावै तित राहि चलाए। जिस पासे वल पाउंदा है उसे रस्ते उपर ही जीव चलदे हन। आपे मेहरबान सुख दाता। परमात्मा आप ही मेहरबानी करने वाला ਅਤੇ ਸੁੱਖਾਂ ਦੇ ਦੇਣ ਵਾਲਾ ਦਾਤਾ ਹੈ। ਜੋ ਭਾਵੈ ਤਿਵੈ ਚਲਾਈ। ਜਿਵੇਂ ਉਸ ਨੂੰ ਪਾਉਂਦਾ ਹੈ ਉਵੇਂ ਹੀ ਸਾਰੀ ਸ੍ਰਿਸ਼ਟੀ ਤੋਰਨਾ ਕਰਦਾ ਹੈ। ਆਪੇ ਕਰਤਾ ਆਪੇ ਭੁਗਤਾ। ਪਰਮਾਤਮਾ ਆਪ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ। ਆਪ ਹੀ ਜੀਵਾਂ ਵਿੱਚ ਬੈਠ ਕੇ ਪਦਾਰਥਾਂ ਦੇ ਭੋਗਣ ਵਾਲਾ ਹੈ। इसी प्रकार आपे करता आपे भुगता। आप ही करता ईश्वर रूप है, आप ही भुगता पाप जीव रूप है। आपे संजम आपे जुगता। आप ही इंद्रियां दा दमन करके निर्लेप रहन वाला है। आप ही सब विच जुड़िया मिलिया होया है। या आप ही संदरूप हो के अपने स्वरूप दे विच जुड़िया होया है। आपे निर्मल मेहरबान मधुसूदन। प्रभु आप ही माया दी मैल तो रहित उजल स्वरूप कृपा करने वाला हंकार रूपी मधु दे अंदरों कटन वाला है। जिसदा हुक्म ना मिटिया जाई है। जिस प्रभु दा हुक्म कदे भी मिटिया नहीं जाता है। वड भागी जिनी एको जाता। हे भाई वो पुरख मड्डे भागा वाले ने जिन्हां ने अद्वैत स्वरूप परमात्मा नूं सारियां दे अंदर व्यापक जान लिया है। ਅਤੇ ਇਹ ਵੀ ਨਿਸ਼ਚੈ ਕੀਤਾ ਹੈ ਕਿ ਘਟ ਘਟ ਵਸ ਰਹਿਆ ਜਗ ਜੀਵਨ ਦਾਤਾ। ਓ ਵਾਹਿਗੁਰੂ ਸਾਰੇ ਜਗਤ ਦਾ ਜੀਵਨ ਰੂਪ ਅਤੇ ਦਾਤਾਰ ਪ੍ਰਭੂ ਚੌਹਾਂ ਖਾਣੀਆਂ ਦੇ ਘਟਾਂ ਘਟਾਂ ਵਿੱਚ ਵਸ ਰਿਹਾ ਹੈ। ਇੱਕ ਹੈ ਗੁਪਤ ਪ੍ਰਗਟ ਹੈ ਆਪੇ। ਇੱਕ ਮਨਮੁਖਾਂ ਦੇ ਹਿਰਦੇ ਰੂਪੀ ਥਾਂ ਅੰਦਰ ਆਪ ਹੀ ਲੁਕਿਆ ਹੋਇਆ ਹੈ ਅਤੇ ਇੱਕ ਗੁਰਮੁਖਾਂ ਦੇ ਅੰਦਰ ਪ੍ਰਤੱਖ ਰੂਪ ਦੇ ਵਿੱਚ ਵਸ ਰਿਹਾ ਹੈ। ਇਸੇ ਪ੍ਰਕਾਰ ਹੈ ਗੁਪਤ ਪ੍ਰਗਟ ਹੈ ਆਪੇ। ਨਿਰਗੁਣ ਸਰੂਪ ਦੇ ਵਿੱਚ ਗੁਪਤ ਅਤੇ ਸਰਗੁਣ ਸਰੂਪ ਦੇ ਵਿੱਚ ਆਪ ਹੀ ਪ੍ਰਗਟ ਹੋ ਰਿਹਾ ਹੈ। ਗੁਰਮੁਖ ਭ੍ਰਮ ਭਉ ਜਾਈ ਹੈ। ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਹੀ ਜਾਣ ਲਿਆ ਹੈ ਜਿਸ ਕਰਕੇ ਉਹਨਾਂ ਦੇ ਅੰਦਰੋਂ 5 ਪ੍ਰਕਾਰ ਦਾ ਭਰਮ ਅਤੇ 7 ਪ੍ਰਕਾਰ ਦਾ ਡਰ ਉਹ ਚਲਿਆ ਜਾਂਦਾ ਹੈ। ਗੁਰਮੁਖ ਹਰ ਜੀਉ ਏਕੋ ਜਾਤਾ। ਗੁਰਮੁਖ ਜਨਾਂ ਨੇ ਹਰੀ ਪਰਮੇਸ਼ਰ ਜੀ ਨੂੰ ਸਾਰਿਆਂ ਵਿੱਚ ਇੱਕ ਰੂਪ ਕਰਕੇ ਹੀ ਜਾਣਿਆ ਹੈ।
ਜਾਂ ਗੁਰਮੁਖਾਂ ਨੇ ਹਰੀ ਅਤੇ ਜੀਵ ਨੂੰ ਇੱਕ ਸਰੂਪ ਕਰਕੇ ਜਾਣਿਆ ਹੈ। ਅੰਤਰ ਨਾਮ ਸ਼ਬਦ ਪਛਾਤਾ, ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸਿਆ ਹੋਇਆ ਹੈ, ਜਿਸ ਕਰਕੇ ਉਹਨਾਂ ਨੇ ਸ਼ਬਦ ਬ੍ਰਹਮ ਜਾਂ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਸਰੂਪ ਨੂੰ ਪਹਿਚਾਨਣਾ ਕੀਤਾ ਹੈ। ਜਿਸ ਦੂਦੇ ਸੋਈ ਜਨ ਪਾਏ, ਇਹ ਪਰਮਾਤਮਾ ਜਿਸ ਨੂੰ ਤੂੰ ਆਪਣਾ ਅੰਮ੍ਰਿਤ ਨਾਮ ਦਿੰਦਾ ਹੈ, ਉਹੀ ਪੁਰਖ ਤੇਰੇ ਸਰੂਪ ਨੂੰ ਪਾਉਂਦਾ ਹੈ। ਨਾਨਕ ਨਾਮ ਵਡਾਈ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਤੇਰੇ ਨਾਮ ਦੇ ਵਿੱਚ ਜੁੜ ਕੇ ਹੀ ਲੋਕ ਪਰਲੋਕ ਦੇ ਵਿੱਚ ਸ਼ੋਭਾ ਪ੍ਰਾਪਤ ਹੁੰਦੀ ਹੈ। ਮਾਰੂ ਮਹਲਾ ਤੀਜਾ। ਮਾਰੂ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਫਰਮਾਨ ਕਰਦੇ ਨੇ। ਸੱਚ ਸਾਲਾਹੀ ਗਹਿਰ ਗੰਭੀਰਾ, ਇਹ ਭਾਈ ਜੋ ਪਰਮਾਤਮਾ ਨਿਰਹਲ ਹੈ ਅਤੇ ਡੂੰਘਾ ਹੈ, ਜਾਂ ਗਹਿਰ ਗੰਭੀਰ ਹੈ, ਡੂੰਘੇ ਤੋਂ ਡੂੰਘਾ ਹੈ, ਤੋ ਉਸ ਦੇ ਸੱਚੇ ਨਾਮ ਨੂੰ ਸਲੋਣਾ ਕਰੀਏ। ਸਭ ਜਗ ਹੈ ਤਿਸਹੀ ਕੈ ਚੀਰਾ, ਇਹ ਸਾਰਾ ਸੰਸਾਰ ਉਸੇ ਦੇ ਹੀ ਹੁਕਮ ਦੇ ਵਿੱਚ ਹੱਦ ਵਿੱਚ ਹੈ, ਜਾਂ ਉਸ ਦੇ ਮਾਇਆ ਰੂਪੀ ਬਸਤਰ ਵਿੱਚ ਹੀ ਹੈ। ਸਭ ਘਟ ਭੋਗਵੈ ਸਦਾ ਦਿਨ ਰਾਤੀ, ਉਹ ਪਰਮਾਤਮਾ ਸਾਰੇ ਘਟਾਂ ਵਿੱਚ ਦਿਨ ਰਾਤ ਹਮੇਸ਼ਾ ਪਦਾਰਥਾਂ ਨੂੰ ਭੋਗ ਰਿਹਾ ਹੈ। ਆਪੇ ਸੁਖ ਨਿਵਾਸੀ ਹੈ, ਉਹ ਆਪ ਹੀ ਸੁੱਖਾਂ ਦੇ ਵਿੱਚ ਨਿਵਾਸ ਕਰਨੇ ਵਾਲਾ ਹੈ। ਸੱਚਾ ਸਾਹਿਬ ਸੱਚੀ ਨਾਈ, ਉਹ ਪਰਮਾਤਮਾ ਸੱਚਾ ਮਾਲਕ ਹੈ। ਉਸ ਦੀ ਮਹਿਮਾ, ਉਸ ਦੀ ਆਵਾਜ਼, ਉਸ ਦੀ ਵਡਿਆਈ ਵੀ ਸੱਚੀ ਹੈ। ਪ੍ਰਸਾਦੀ ਮਨ ਵਸਾਈ, ਉਸ ਨੂੰ ਸਤਿਗੁਰਾਂ ਦੀ ਕਿਰਪਾ ਕਰਕੇ ਹੀ ਹਿਰਦੇ ਵਿੱਚ ਵਸਾਈਦਾ ਹੈ। ਆਪੇ ਆਏ ਵਸਿਆ ਘਟ ਅੰਤਰ, ਉਹ ਪਰਮਾਤਮਾ ਆਪ ਹੀ ਆ ਕੇ ਜਿਸ ਦੇ ਹਿਰਦੇ ਵਿੱਚ ਵਸ ਗਿਆ ਹੈ। ਜਮ ਕੀ ਫਾਸੀ ਹੈ, ਉਸ ਦੀ ਯਮਦੂਤਾਂ ਦੀ ਫਾਹੀ ਟੁੱਟ ਗਈ ਹੈ। ਕਿਸ ਸੇਵੀ ਤਾ ਕਿਸ ਸਾਲਾਹੀ, ਇਹ ਮਹਾਰਾਜ ਜੀ ਆਪ ਸਾਨੂੰ ਦੱਸੋ ਕਿ ਕਿਸ ਨੂੰ ਸੇਵਨਾ ਕਰੀਏ ਅਤੇ ਕਿਸ ਨੂੰ ਸਲਾਹੁਣਾ ਕਰੀਏ। ਤਾਂ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਸਤਿਗੁਰ ਸੇਵੀ ਸ਼ਬਦ ਸਾਲਾਹੀ, ਇਹ ਭਾਈ ਸੱਚੇ ਸਤਿਗੁਰਾਂ ਨੂੰ ਹੀ ਸੇਵਨਾ ਕਰੋ, ਅਥਵਾ ਸੱਚੇ ਸਤਿਗੁਰਾਂ ਦੀ ਹੀ ਸੇਵਾ ਕਰੋ ਅਤੇ ਗੁਰਾਂ ਦੇ ਉਪਦੇਸ਼ ਵਿੱਚ ਜੁੜ ਕੇ ਪ੍ਰਭੂ ਨੂੰ ਹੀ ਸਲਾਹੁਣਾ ਕਰੋ। ਸੱਚਾ ਸ਼ਬਦ ਸਦਾ ਮਤਿ ਉਤਮ, ਸੱਚੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਹਮੇਸ਼ਾ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ। ਅੰਤਰ ਕਮਲ ਪ੍ਰਗਾਸੀ ਹੈ, ਅਤੇ ਹਿਰਦਾ ਰੂਪੀ ਕਮਲ ਅੰਦਰੋਂ ਖਿੜਾਉਂਦਾ ਹੈ। ਦੇਹੀ ਕਾਚੀ ਕਾਗਦ ਮਿਕਦਾਰਾ, ਇਹ ਕਾਇਆ ਕੱਚੀ ਹੈ ਅਤੇ ਕਾਗਜ਼ ਵਾਂਗ ਗਲ ਜਾਣ ਵਾਲੀ ਹੈ। ਬੂੰਦ ਪਵੈ ਬਿਨ ਸੈ ਟਹਿਤ ਨ ਲਾਗੈ ਬਾਰਾ, ਇਹ ਕਾਇਆ ਰੋਗ ਰੂਪੀ ਬੂੰਦ ਪੈਣ ਦੇ ਨਾਲ ਹੀ ਨਾਸ਼ ਹੋ ਜਾਂਦੀ ਹੈ, ਇਸ ਨੂੰ ਢਹਿੰਦਿਆਂ ਦੇਰ ਨਹੀਂ ਲੱਗਦੀ। ਕੰਚਨ ਕਾਇਆ ਗੁਰਮੁਖ ਬੂਝੈ, ਸਾਧ ਸੰਗਤ ਜੀਓ ਉਸ ਦੀ ਦੇਹ ਸੋਨੇ ਵਰਗੀ ਸ਼ੁੱਧ ਹੋ ਜਾਂਦੀ ਹੈ। ਕਿਸ ਦੀ? ਜਿਹੜਾ ਮੁਖੀ ਗੁਰਾਂ ਦੁਆਰਾ ਆਪਣੇ ਸਰੂਪ ਨੂੰ ਬੁੱਝ ਲੈਂਦਾ ਹੈ। ਜਿਸ ਅੰਤਰ ਨਾਮ ਨਿਵਾਸੀ ਹੈ, ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਪ੍ਰੀਤੀ ਵਸੀ ਹੈ। ਅੱਜ ਜੋ ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ
संत ज्ञानी करतार सिंह जी खालसा भिंडरांवाले CMC हॉस्पिटल लुधियाने ज्योति जोत समाए सन। वाहिगुरु जी दे विच भेद होए सन। उन्हां तों पहिलां महापुरख दमदमी टकसाल दे 12वें मुखी संत ज्ञानी गुरबचन सिंह जी खालसा भाई भान सिंह दे चबारे मेहता साहब विखे जिस वक्त साध संगत जी 15 हाड़ नूं शरीर त्याग गए, उस वक्त महापुरख बाबा ठाकुर सिंह साहब जी खालसा जिन्हां ने महापुरख संत ज्ञानी जरनैल सिंह जी खालसा भिंडरांवालियां तो बाद जून 84 तो लैके 2004 ईस्वी के दसंबर महीने तक पूरे वेखो 25 साल बनते ने। महापुरखा ने पूरी तनदेही दे नाल निष्काम जथे संगत की सेवा की। और हैरानी की गल है भी साडे पल्ले भावें कख होवे ना, पर असीं कहने भी सानू प्रधान बना दो, ते बनाओ भी गुरुद्वारे दा। दसो श्री गुरु ग्रंथ साहिब जी किड्डा वड्डा है, किड्डा वड्डा उहदा गुरुद्वारा, किन्नी साध संगत। ना तो असीं शराब छड्डीए, ना केस दाड़ियां रखीए, ते श्रोमणी कमेटी दी वोट पाउण दा अधिकार सानू दे दिओ। दाड़ी कट्टी हुई है, प्रधान सानू बना दिओ। क्यों? क्योंकि घोलक बहुत ज़्यादा होंदी है, मतलब ध्यान माया वाल। पर वो महापुरख धन सीगे जिन्हां ने आपदे आप नूं सारी जिंदगी प्रधान नहीं अखवाया, क्योंकि मैं गुटके छापदा रहा। उन्हां 22 आर्डर सख्ती नाल आखिया होया सी भी मैनूं मुखी दमदमी टकसाल नहीं लिखना, मैं कोई मुख सेवादार नहीं हाँ, मैनूं दासन दास लिखो। गड्डियां दे उपर भी पहली गल तां ना वेख के कह देंगे ना मेड़ दिओ, तो जे लिखते कहते दासन दास लिखो। सेवा की पर प्रधान बन के या मुखी बन के नहीं, दासन दास। कई बार ਸਿੰਘਾਂ ਨੂੰ ਝਿੜਕਦੇ ਕਾਹਤੋਂ भी कथा नहीं सुनते, सेवा नहीं करते, आ भांडे पए हुए ने। ते झिड़कण तो बाद सजा नहीं देंदे, कहना भी जे मेरे आखे नहीं लगना तो मैं आपदे घर नूं जाना। वेखो किड्डी वडियाई है, मैं हैरान हो जाना। ये गल सुनदियां सारी बंदा आपदे आप च पाणियों पाणी हो जाता भी एडे वड्डे महापुरख दूजे नूं घर भजाउण दी बजाए भी भज जाओ घर नूं, बिल्कुल नहीं। कहना मैं घर नूं जाना, भी फिर मेरा रहन का की फायदा जी मेरे आखे नहीं लगना। फिर उन्होंने पैर घुटने हथ जोड़ने भी नहीं आखे लगांगे जी, कहते भी इस वक्त उठा करो। कहना उठा दिओ, कहते हाँ मैं उठाऊँगा, पर मेरे आखे ला के उठ जरूर पैना। मेरे आखे ला के कथा सुननी, मैं कीर्तन सुनिया, जाओ कथा सुनो। जे कहना नहीं मनना तो फिर मेरा इत्थे रहने का फायदा नहीं। ये नहीं कहना भी तुसी नहीं रहना। मैं बहुत हैरान होंदा, अज तक हमेशा ही सोचता रहिंदा भी उन्हां वर्गे महापुरख दुनिया च किते नहीं हैं, जिहड़े निमरता दे विच सारी उम्र सेवा निभाते रहे। उन्हां महापुरखां दे बचन ने कि जिस वक्त संत ज्ञानी गुरबचन सिंह जी खालसा भिंडरांवाले चढ़ाई करन लगे तो 1 सेकेंड या 1 मिनट पहला कहते उन्हां दी देह कंचन बन गई सी, सोने वर्गी बन गई। सो सोना जिस तरह शुद्ध होंदा है मैल तो रहत, इस तरह महापुरखां दा जीवन ब्रह्म ज्ञानी सदा निर्लेप, जैसे जल में कमल अलेप। ब्रह्म ज्ञानी सदा निर्दोख, जैसे सूर सर्प को सोख। ब्रह्म ज्ञानी का दृष्ट समान, जैसे राज रंग को लागे तुल पुआण। सारे गुण उन्हां च सन। ते चढ़ाई करन तो कुछ मिनट पहला महापुरख बाबा ठाकुर सिंह जी गड़वई सी उन्हां दी सेवा च हाज़र। कहते मैं वेख्या भी उन्हां दी शरीर की जिहड़ी देही सी सोने वर्गी बन गई। कंचन गाया गुरमुख बूझे, जिहड़ी गुरमुख दी देह है जिन्हें अपने स्वरूप नूं बुझ लिया है। देह तो भावें 5 तत्तां दी आपां मिट्टी कहिंदे आ, ते पर
ਦੇਹ ਵੀ ਸੋਨੇ ਵਰਗੀ ਸ਼ੁੱਧ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਜਿਵੇਂ ਗੁਰੂਆਂ ਬਾਬਤ ਬਚਨ ਆਉਂਦਾ ਹੈ, ਗੁਰ ਅੰਮ੍ਰਿਤ ਪਿੰਨੀ ਦੇ ਹੋਰੀ ਅੰਮ੍ਰਿਤਪੁਰ ਕੇ ਰਾਮ ਰਾਜੇ। ਗੁਰਾਂ ਦੀ ਜਿਹੜੀ ਦੇਹ ਹੈ ਉਹ ਅੰਮ੍ਰਿਤ ਵਰਗੀ ਹੈ, ਕਿਉਂਕਿ ਉਹਦੇ ਵਿੱਚ ਵਾਹਿਗੁਰੂ ਦੀ ਜੋਤ 'ਚ ਵਸ ਰਹੀ ਹੈ, ਉਹਦੇ 'ਚ ਸੇਵਾ ਪਰਉਪਕਾਰ ਹੈ, ਉਹਦੇ ਵਿੱਚ ਬਾਣੀ ਨਿਕਲ ਰਹੀ ਹੈ ਉਹਦੇ 'ਚੋਂ। ਸੋ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਹੋ ਰਹੇ ਨੇ, ਇਸ ਵਾਸਤੇ ਉਹ ਦੇਹ ਵੀ ਪਵਿੱਤਰ ਹੈ। ਗੁਰਮੁਖ ਦਾ ਅਰਥ ਹੈ ਮੁਖੀ ਗੁਰੂ। ਮੁਖੀ ਗੁਰਾਂ ਦੀ ਜਿਹੜੀ ਦੇਹ ਹੈ ਉਹ ਪਵਿੱਤਰ ਹੈ। ਜਿਸੇ ਅੰਤਰ ਨਾਮ ਨਿਵਾਸੀ ਹੈ, ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਪ੍ਰੀਤੀ ਵਸੀ ਹੈ ਅਤੇ ਮੁਖੀ ਗੁਰਾਂ ਦੁਆਰਾ ਆਪਣੇ ਸਰੂਪ ਨੂੰ ਬੁੱਝ ਲੈਂਦਾ ਹੈ, ਉਸ ਦੀ ਦੇਹ ਸੋਨੇ ਵਰਗੀ ਸ਼ੁੱਧ ਹੋ ਜਾਂਦੀ ਹੈ। ਸੱਚਾ ਚੌਕਾ ਸੁਰਤ ਕੀ ਕਾਰਾ, ਉਸ ਦਾ ਮਨ ਰੂਪੀ ਚੌਂਕਾ ਸੱਚਾ ਹੈ, ਜਿਸ ਵਿੱਚ ਉਹਨੇ ਸੁਰਤ ਗਿਆਤ ਦੀ ਕਾਰ ਲਕੀਰ ਕੱਢੀ ਹੈ, ਜਾਂ ਵਾਹਿਗੁਰੂ ਵਿੱਚ ਸੁਰਤੀ ਲਾਉਣ ਦੀ ਕਾਰ ਕੱਢੀ ਹੋਈ ਹੈ। ਨਾਮ ਭੋਜਨ ਸੱਚ ਆਧਾਰਾ, ਹਰੀ ਪਰਮੇਸ਼ਰ ਦੇ ਨਾਮ ਰੂਪੀ ਭੋਜਨ ਦਾ ਹੀ ਸੱਚਾ ਆਸਰਾ ਗ੍ਰਹਿਣ ਕੀਤਾ ਹੈ। ਸਦਾ ਤ੍ਰਿਪਤ ਪਵਿੱਤਰ ਹੈ ਪਾਵਨ, ਉਹ ਪੁਰਖ ਹਮੇਸ਼ਾ ਰਜਿਆ ਹੋਇਆ ਹੈ ਅਤੇ ਪਵਿੱਤਰ ਤੋਂ ਪਵਿੱਤਰ ਹੈ। ਘਟ ਹਰ ਨਾਮ ਨਿਵਾਸੀ ਹੈ, ਜਿਸ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਦਾ ਵਾਸਾ ਹੈ। ਆਉ ਤਿਨ ਬਲਿਹਾਰੀ ਜੋ ਸਾਚੈ ਲਾਗੇ, ਮੈਂ ਤਿਨਾਂ ਮਹਾਂਪੁਰਖਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਜੋ ਸੱਚੇ ਨਾਮ ਦੇ ਵਿੱਚ ਲੱਗੇ ਹੋਏ ਹਨ। ਜਿੰਨੇ ਵੀ ਕਥਾ ਸੁਣਨ ਵਾਲੇ ਨੇ ਉਹਨਾਂ ਸਾਰਿਆਂ ਤੋਂ ਬਲਿਹਾਰ ਜਾਈਏ ਜੋ ਸੱਚੇ ਦੀ ਕਥਾ ਵਿੱਚ ਚਿੱਤ ਦੀ ਬਿਰਤੀ ਜੋੜ ਕੇ ਬੈਠੇ ਨੇ। ਹਰ ਗੁਣ ਗਾਵੇ ਅਨ ਦਿਨ ਜਾਗੇ, ਅਤੇ ਰਾਗੀ ਗੁਰਮੀਤ ਸਿੰਘ ਜੀ ਵਰਗੇ ਉਹਨਾਂ ਦਾ ਧੰਨਵਾਦ, ਜਿਹੜੇ ਹਰੀ ਪਰਮੇਸ਼ਰ ਦੇ ਗੁਣ ਗਾ ਕੇ ਵੇਖੋ ਆਸਾ ਦੀ ਵਾਰ ਪੂਰੀ ਦੀ ਪੂਰੀ ਲਾਉਣੀ। ਉਹਨਾਂ ਦਾ ਸਰੀਰ ਵੈਸੇ ਇੰਨੀ ਖੇਚਲ ਵਾਲਾ ਨਹੀਂ ਹੈ, ਪਰ ਪੂਰੀ ਤਨਦੇਹੀ ਦੇ ਨਾਲ ਗਾਉਣਾ ਬੜਾ ਔਖਾ ਹੈ। ਹੇਠਲੀ ਸੁਰ ਦੇ ਵਿੱਚ ਗੱਲਬਾਤ ਕਰਨੀ ਆ, ਕਥਾ ਦੀ ਪਰਫਾਰਮੈਂਸ ਮੈਂ ਵੇਖਦਾ ਵੀ ਕੀਰਤਨ ਵਰਗੀ ਜੋਸ਼ ਵਾਲੀ ਨਹੀਂ, ਪਰ ਜਿਹੜਾ ਪੂਰੇ ਜੋਸ਼ ਨਾਲ ਗਾਉਣਾ ਹੈ ਇਹ ਬੜਾ ਕਠਿਨ ਹੈ। ਜਿਹੜੇ ਮਹਾਰਾਜ ਦੇ ਗੁਣ ਗਾਉਂਦੇ ਨੇ ਰਾਗੀ ਸਿੰਘ ਦਰਬਾਰ ਸਾਹਿਬ ਦੇ ਕੀਰਤਨੀਏ, ਉਹ ਦਿਨ ਰਾਤ ਗਿਆਨ ਅਵਸਥਾ ਵਿੱਚ ਜਾਗ ਮਹਿੰਦੇ। ਸੋ ਗੁਰਮੁਖ ਜਾਗ ਰਹੇ ਚੁਕੀ ਅਭਿਮਾਨੀ ਰਾਮ, ਉਹਨਾਂ ਤੋਂ ਵੀ ਬਲਿਹਾਰ ਜਾਈਏ। ਸਾਚਾ ਸੁਖ ਸਦਾ ਤਿਨਿ ਅੰਤਰ, ਸਾਡੇ ਮੁੰਡੇ ਤਾਂ ਸੁੱਤੇ ਨਹੀਂ ਉੱਠਦੇ, ਨਿਆਣੇ ਵੇਖੋ ਠਾਇਆਂ ਵੀ ਨਹੀਂ ਉੱਠਦੇ। ਉਹ ਧੰਨ ਪੁਰਖ ਨੇ ਜਿਹੜੇ ਆਸਾ ਦੀ ਵਾਰ ਗਾਉਂਦੇ ਨੇ, ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਸੱਚਾ ਸੁੱਖ ਵਸਿਆ ਰਹਿੰਦਾ ਹੈ। ਰਸਨਾ ਹਰ ਰਸ ਰਾਸੀ ਹੈ, ਹਰ ਉਹਨਾਂ ਦੀ ਰਸਨਾ ਜ਼ਬਾਨ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰਸੀ ਰਹਿੰਦੀ ਹੈ। ਹਰ ਨਾਮ ਚੇਤਾ ਅਵਰ ਨਾ ਪੂਜਾ, ਮੈਂ ਤਾਂ ਹਰੀ ਪਰਮੇਸ਼ਰ ਦਾ ਨਾਮ ਹੀ ਯਾਦ ਕਰਦਾ, ਹੋਰ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦਾ ਹੈ। ਪੂਜਾ ਕੀਚੈ ਨਾਮ ਤੇ ਆਈਐ, ਬਿਨ ਨਾਮੈ ਪੂਜ ਨਾ ਹੋਏ। ਕੋ ਸੇਵੀ ਅਵਰ ਨਾ ਦੂਜਾ, ਅਦਵੈਤ ਸਰੂਪ ਨੂੰ ਸੇਵਨਾ ਕਰਦਾ ਹਾਂ, ਉਸ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਜਾਣਦਾ। ਪੂਰਾ ਗੁਰ ਸਭ ਸੱਚ ਦਿਖਾਇਆ, ਪੂਰੇ ਗੁਰਾਂ ਨੇ ਸਾਨੂੰ ਸਾਰਿਆਂ ਵਿੱਚ ਸੱਚਾ ਪ੍ਰਭੂ ਵਸਦਾ ਹੋਇਆ ਵਿਖਾਇਆ ਹੈ। ਸੱਚਾ ਨਾਮ ਨਿਵਾਸੀ ਹੈ, ਅਤੇ ਸੱਚੇ ਪ੍ਰਭੂ ਦੇ ਨਾਮ ਦੇ ਵਿੱਚ ਸਾਡੀ ਬਿਰਤੀ ਵਸਾਉਣਾ ਕੀਤੀ ਹੈ। ਬ੍ਰਹਮ ਬ੍ਰਹਮ ਜੋਨੀ ਫਿਰ ਫਿਰ ਆਇਆ, ਇਹ ਜੀਵ ਭਰਮ ਦਾ ਭਰਮਾਇਆ ਹੋਇਆ ਮੁੜ ਮੁੜ ਜੂਨਾਂ ਵਿੱਚ ਆਉਂਦਾ ਰਹਿੰਦਾ ਹੈ। ਇਹ ਜੀਵ ਆਪ ਭੁੱਲਾ ਹੋਇਆ ਹੈ ਕਿ ਜਾਂ ਆਪ ਭੁੱਲਾ ਜਾ ਖਸਮ ਭੁਲਾਇਆ। ਇਹ ਪ੍ਰਸ਼ਨ ਹੈ ਕਿ ਜੀਵ ਆਪ ਭੁੱਲਾ ਹੈ ਜਾਂ ਮਾਲਕ ਪ੍ਰਭੂ ਨੇ ਭੁਲਾਇਆ ਹੈ। ਬਹੁਤ ਔਖਾ ਪ੍ਰਸ਼ਨ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਆਪਨੇ ਅੱਜ ਵੀ ਸੁਣਿਆ ਕਿ ਕਰਨ ਕਰਾਉਣ ਵਾਲਾ ਵਾਹਿਗੁਰੂ ਹੀ ਹੈ। ਜੋ ਜੀਵ ਕਰਦੇ ਨੇ ਉਹਨਾਂ ਦੇ ਸੰਸਕਾਰਾਂ ਕਰਮਾਂ ਅਨੁਸਾਰ ਆਪ ਹੀ ਪ੍ਰਮਾਤਮਾ ਨੂੰ ਗੁਣ ਕਰਾਉਂਦਾ।
ਹੁਣ ਇਹ ਸਵਾਲ ਪੈਦਾ ਹੁੰਦਾ ਹੈ ਵੀ ਜਿਹੜਾ ਭੁੱਲਿਆ ਹੋਇਆ ਹੈ ਉਹ ਆਪ ਦੀ ਮਰਜ਼ੀ ਨਾਲ ਭੁੱਲਿਆ ਕਿ ਜਾਂ ਪ੍ਰਭੂ ਨੇ ਬੁਲਾਇਆ ਹੈ। ਉੱਤਰ ਵਿੱਚ ਇਹ ਬੇਨਤੀ ਹੈ ਕਿ ਜੇਕਰ ਇਹ ਜੀਵ ਆਪ ਭੁੱਲਿਆ ਹੈ ਤਾਂ ਵੀ ਆਪ ਦੇ ਮੰਦ ਕਰਮਾਂ ਕਰਕੇ ਭੁੱਲਿਆ, ਆਪ ਦੀਆਂ ਕਾਲੀਆਂ ਕਰਤੂਤਾਂ ਪਿਛਲੇ ਜਨਮ ਕੀ ਪਤਾ ਕੀ ਕਰਦੇ ਆਏ ਆਪਾਂ। ਜੇ ਕਹੀਏ ਵੀ ਰੱਬ ਮਾੜਾ ਥੋੜ੍ਹਾ ਕਰਦਾ, ਉਹਦੇ ਭਾਣੇ ਦਾ ਸਾਰੇ ਚੰਗੇ ਬਣਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਵੇਖੋ ਘਰੋਂ ਘਰ ਕੁੰਡਾ ਖੜਕਾ ਕੇ ਬੰਦਿਆਂ ਨੂੰ ਚੰਗੇ ਬਣਾਇਆ। ਬਲੀ ਕੰਧਾਰੀ ਨੂੰ ਤੇ ਭਾਈ ਲਾਲੋ ਦੇ ਕੋਲ ਰਹਿੰਦੇ ਆ ਮਲਕ ਭਾਗੋ ਨੂੰ, ਕੌਡੇ ਰਾਖਸ਼ ਨੂੰ ਮਹਾਰਾਜ ਤਾਂ ਨਹੀਂ ਚਾਹੁੰਦਾ ਕਿ ਬੰਦਾ ਬੁਰਾ ਬਣੇ, ਪਰ ਉਹਦੇ ਪਿਛਲੇ ਸੰਸਕਾਰ ਹੀ ਉਹਦੇ ਮਨ ਦੇ ਹਾਵੀ ਨੇ। ਜੇ ਅਸੀਂ ਗੁਟਕਾ ਫਾੜੀ ਲਈਏ ਤਾਂ ਨੀਂਦ ਆ ਕੇ ਘੇਰ ਲੈਂਦੀ। ਹੁਣ ਦੱਸੋ ਰੱਬ ਉੱਥੇ ਕੀ ਕਰੂਗਾ? ਉਹਨੇ ਤਾਂ ਪ੍ਰੋਵੀਜ਼ਨ ਬਣਾ ਦਿੱਤੀ ਹੈ, ਟਾਈਮ ਦਿੱਤਾ ਹੈ, ਸਭ ਕੁਛ ਦਿੱਤਾ, ਤੇ ਹੁਣ ਸਾਡੇ ਸੰਸਕਾਰ ਹੀ ਹਾਵੀ ਨੇ। ਉਹਨੇ ਸਾਨੂੰ ਨੀਂਦ ਲਿਆ ਦੇਣੀ ਹੈ। ਜੇ ਕਿਤੇ ਕਥਾ ਕੀਰਤਨ ਸੁਣਨ ਵੀ ਬੈਠੇ ਆ, ਆਪਦੀਆਂ ਗੱਲਾਂ ਛੋਹ ਲਈਆਂ ਜਾਂ ਸੁਰਤੀ ਬਿਰਤੀ ਵਿਦਿਆ ਚ ਲੀਨ ਹੋ ਗਏ, ਫਿਰ ਨੀਂਦਰ ਆ ਗਈ। ਹੁਣ ਮਹਾਰਾਜ ਉੱਥੇ ਕੀ ਕਰੂਗਾ? ਧੱਕਾ ਧੁੱਕਾ ਲਾ ਕੇ ਉਹਨੇ ਭੇਜਿਆ ਤਾਂ ਸਹੀ, ਜੇ ਹੁਣ ਸੁਣਨਾ ਹੀ ਨਹੀਂ। ਸੰਸਕਾਰ ਭਾਰੂ ਨੇ। ਬੰਦਾ ਭੁੱਲਿਆ ਤੇ ਮੰਦ ਕਰਮਾਂ ਕਰਕੇ ਭੁੱਲਿਆ, ਤੇ ਜੇਕਰ ਪ੍ਰਭੂ ਨੇ ਭੁਲਾਇਆ ਤਾਂ ਵੀ ਇਹਦੀ ਕਰਨੀ ਕਰਮਾਂ ਦਾ ਫਲ ਦੇਣ ਲਈ ਇਹਨੂੰ ਭੁਲਾਇਆ ਹੋਇਆ ਹੈ। ਜਿਉ ਮਿਲੈ ਤਾ ਗੁਰਮੁਖ ਬੂਝੈ। ਜਦ ਮੁਖੀ ਗੁਰਾਂ ਦੁਆਰਾ ਕੋਈ ਗੁਰ ਉਪਦੇਸ਼ ਨੂੰ ਬੁੱਝਦਾ ਤਾਂ ਉਹਨੂੰ ਪ੍ਰਭੂ ਜੀ ਹਰ ਜੀ ਮਿਲ ਪੈਂਦੇ ਨੇ। ਸ਼ਬਦ ਅਬਿਨਾਸੀ ਹੈ, ਹਰੋ ਨਾਸ਼ ਤੋਂ ਰਹਿਤ ਬ੍ਰਹਮ ਨੂੰ ਜਾਣ ਲੈਂਦਾ ਹੈ। ਕਾਮ ਕ੍ਰੋਧ ਭਰੇ ਹਮ ਅਪਰਾਧੀ। ਐਵੇਂ ਡਿੰਗਾ ਮਾਰੀਏ ਬਈ ਝੂਠ ਨਹੀਂ ਬੋਲਣਾ ਚਾਹੀਦਾ। ਹੱਥ ਜੋੜ ਕੇ ਇੰਜੀ ਬੇਨਤੀ ਕਰੀਏ ਕਿ ਹੇ ਪ੍ਰਮਾਤਮਾ, ਅਸੀਂ ਅਪਰਾਧੀ ਗੁਨਾਹਗਾਰ ਹਾਂ, ਕਿਉਂਕਿ ਕਾਮ ਕ੍ਰੋਧ ਆਦਿਕ ਵਿਕਾਰਾਂ ਨਾਲ ਭਰੇ ਪਏ ਹਾਂ। ਕਿਆ ਮੋਹ ਲੈ ਬੁੱਲ ਹੈ, ਨਾ ਹਮ ਗੁਣ ਨਾ ਸੇਵਾ ਸਾਧੀ। ਇਹ ਮਹਾਰਾਜ ਅਸੀਂ ਕਿਹੜਾ ਮੂੰਹ ਲੈ ਕੇ ਤੇਰੇ ਅੱਗੇ ਕੁਝ ਬੋਲੀਏ? ਨਾ ਤਾਂ ਸਾਡੇ ਵਿੱਚ ਕੋਈ ਗੁਣ ਹੈ ਤੇ ਨਾ ਹੀ ਅਸੀਂ ਕੋਈ ਸੇਵਾ ਭਗਤੀ ਸਾਧਨਾ ਕੀਤੀ ਹੈ। ਤੁਪਦੀ ਪਾਥਰ ਮੇਲ ਲੈ ਹੋ ਤੁਮ ਆਪੇ। हे ਪ੍ਰਮਾਤਮਾ, ਅਸੀਂ ਪੱਥਰ ਦੀ ਤਰ੍ਹਾਂ ਪਾਪਾਂ ਨਾਲ ਭਾਰੇ ਹੋਣ ਕਰਕੇ ਸੰਸਾਰ ਰੂਪ ਸਮੁੰਦਰ ਵਿੱਚ ਵਿਸ਼ਿਆਂ ਰੂਪ ਜਲ ਵਿੱਚ ਡੁੱਬ ਰਹੇ ਹਾਂ। ਤੂੰ ਆਪ ਹੀ ਆਪਣੇ ਨਾਲ ਮੇਲ ਲੈਣਾ ਕਰ। ਨਾਮ ਅਬਿਨਾਸੀ ਹੈ, ਤੇਰਾ ਨਾਸ਼ ਤੋਂ ਰਹਿਤ ਸੱਚਾ ਨਾਮ ਸਾਨੂੰ ਪ੍ਰਾਪਤ ਹੋਵੇ, ਜਾਂ ਤੇਰਾ ਸੱਚਾ ਨਾਮ ਨਾਸ਼ ਤੋਂ ਰਹਿਤ ਕਰਨ ਵਾਲਾ ਹੈ। ਕੋਈ ਕਰੇ ਨਾ ਕਰਨਾ ਜੋਗਾ। ਇਹ ਹਰੀ ਤੈਥੋਂ ਬਿਨਾ ਆਪਣੇ ਆਪ ਨਾ ਹੁਣ ਕੋਈ ਕਰ ਸਕਦਾ ਤੇ ਨਾ ਹੀ ਅੱਗੇ ਨੂੰ ਕੋਈ ਕਰਨ ਦੇ ਲਾਇਕ ਹੈ। ਆਪੇ ਕਰਹਿ ਕਰਾਵਹਿ ਸੋ ਹੋਏਗਾ। ਤੂੰ ਆਪ ਹੀ ਜੋ ਕੁਝ ਕਰਦਾ ਤੇ ਜੀਵਨ ਨੂੰ ਕਰਮਾਉਂਦਾ ਹੈ, ਉਹੀ ਕੁਝ ਤਿੰਨਾਂ ਕਾਲਾਂ ਵਿੱਚ ਹੁੰਦਾ ਸੀ, ਹੁੰਦਾ ਹੈ, ਹੋਵੇਗਾ। ਆਪੇ ਬਖਸ਼ ਲਾਹੇ ਸੁਖ ਪਾਏ। ਤੂੰ ਆਪ ਹੀ ਜਿਸ ਨੂੰ ਬਖਸ਼ ਲੈਂਦਾ ਹੈ ਉਹ ਆਤਮਿਕ ਸੁੱਖ ਨੂੰ ਪਾਉਂਦਾ ਹੈ। ਸਦ ਹੀ ਨਾਮ ਨਿਵਾਸੀ ਹੈ, ਅਤੇ ਹਮੇਸ਼ਾ ਹੀ ਉਸ ਦਾ ਮਨ ਤੇਰੇ ਨਾਮ ਦੇ ਵਿੱਚ ਵਾਸਾ ਰੱਖਦਾ ਹੈ। ਤਨ ਧਰਤੀ ਸ਼ਬਦ ਬੀਜ ਅਪਾਰਾ। ਇਹ ਭਾਈ, ਇਹ ਸਰੀਰ ਧਰਤੀ ਹੈ, ਇਹਦੇ ਵਿੱਚ ਜਿਨ੍ਹਾਂ ਨੇ ਬੇਅੰਤ ਪ੍ਰਭੂ ਦੀ ਪ੍ਰਾਪਤੀ ਵਾਲਾ ਗੁਰੂ ਉਪਦੇਸ਼ ਰੂ ਬੀਜ ਬੀਜਿਆ ਹੈ। ਹਰ ਸਾਚੀ ਸੀਤੀ ਵਣਜ ਵਪਾਰਾ। ਉਹਨਾਂ ਨੇ ਸੱਚੇ ਹਰੀ ਪਰਮੇਸ਼ਰ ਦੇ ਨਾਲ ਨਾਮ ਜਪਣ ਰੂਪ ਸੌਦਾ ਖਰੀਦ ਕੇ ਨਾਮ ਦਾ ਜਪਾਉਣ ਰੂਪ ਵਪਾਰ ਕੀਤਾ ਹੈ। ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਸੱਚ ਧਨ ਜੰਮਿਆ ਟੋਟ ਨ ਆਵੈ। ਉਹਨਾਂ ਦੇ ਹਿਰਦੇ ਅੰਦਰ ਸੱਚਾ ਨਾਮ ਰੂਪੀ ਧਨ ਮੰਨਣ ਰੂਪ ਜੰਮਿਆ ਉਤਪਤ ਹੋਇਆ, ਭਾਵ ਅਭਿਆਸ ਅਧਿਕ ਹੋ ਗਿਆ ਹੈ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਘਾਟਾ ਨਹੀਂ ਆਉਂਦਾ। ਅਸੀਂ ਜੱਟ ਜ਼ਿਮੀਂਦਾਰ ਲੋਕ ਹਾਂ ਜਾਂ ਦੁਕਾਨ ਵਾਲੇ ਵਪਾਰੀ ਹਾਂ, ਤਾਂ ਗੁਰੂ ਜੀ ਨੇ ਧਰਤੀ ਨੂੰ ਬੀਜਣ ਦਾ ਤੇ ਜੰਮਣ ਦਾ ਤੇ ਵਪਾਰ ਵਾਲਾ ਹੀ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾਇਆ ਹੈ। ਅੰਤਰ ਨਾਮ ਨਿਵਾਸੀ ਹੈ। ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ।
इयों इंज बेनती करिए। आदियो अवगणयारे नो गुण कीजै। हे परमेश्वर जी, मैं अवगणा वाले नूं गुण देना करो या मेरे ते गुण उपकार करो। आपे बख्श लाहे नाम दीजै। मैनू पुलिस नूं फड़ाउण दी बजाए या जमदूतां नूं फड़ाउण दी बजाए जिस तरह महाराजा रणजीत सिंह ने आखिया सीगा भी हुण भावें मैनू मार ही कतो पर मैनू धर्मराज की कचहरी च ना पेश होना पए। अकाली फूला सिंह ने रोंदियां वेख के आख्या महाराजा रो क्यों ने? कहंदा भावें 2 होर कोरड़े मार लो, जमा दे वस ना पायो। कहंदे बस ये तेरी निमरता ही तेनों तार देगी। कहंदे कोरड़े नहीं मारने, बस बख्श लो। उही बन के छड़ दिता सीगा। इयों महाराज तेरे दर दे बंदे आ, सानू यमां दे वस ना पाई। इत्थे 2 मार ला, 2 धक्के इत्थे पै जाण ते महाराज सानू इत्थे ही बख्श के आपदा नाम देना करो। गुरमुख होवै सो पत पाए। हे परमात्मा, जो गुरमुख हुंदा है वो लोक परलोक विच इज्जत पाउणा करदा है। इकत नाम निवासी है। ओदा एक तेरे नाम दे विच ही वासा हुंदा है। अंतर हर धन समझ न होई। सारियां दे हिरदे विच परमेश्वर दा नाम है, स्वरूप रूपी धन मौजूद है, पर किसी नूं इहदी सूझ बूझ समझ नहीं है। गुर प्रसादे बूझै कोई। सतगुरां दी कृपा द्वारा कोई विरला ही इस भेत नूं समझदा है। गुरमुख होवै सो धन पाए। जो गुरमुख हुंदा है वो गुरां द्वारा नाम रूप धन पाउंदा है। सद ही नाम निवासी है। फिर हमेशा ही उसका नामी प्रभु विच निवास हो जाता है। अनल लवाओ भरम भुलाई। तृष्णा रूपी अनल अग ते वासना रूपी पौन ने सारी सृष्टि भरम दे विच भुलाई हुई है। माया मोहे सुध ना काई। माया दे मोह विच लगन करके जीवन नूं लोक परलोक दी कोई भी खबर सूझ नहीं है। मुख अंधे किशु ना सूझै। अज्ञानी मनमुखा नूं लोक परलोक दे अज्ञान आदक कुछ भी सुझदा नहीं है। गुरमत नाम प्रगासी है। गुरां दी सिक्ख्या द्वारा गुरमुखां दे हिरदे अंदर परमेश्वर दे नाम दा प्रकाश होया है। मैं माया सूते। मनमुख पुरुष हंगता ममदा करके माया दे मोह विच सुते हुए हन। अपना घर ना संभाल है अंत बेगूते। वो आप दा स्वरूप या सचखंड रूपी घर तां संभालदे नहीं ते अखीर नूं खराब ही हुंदे ने। पर निंदा कर है बहुत चिंता जालै। वो पराई निंदा करदे ने, बहुती चिंता वे सड़दे रहिंदे ने। दुखे दुख निवासी है। इस करके दुखी दुख विच उन्हां दा वासा हुंदा है। आपे करता कार कराई। रचनहार परमात्मा ने आप ही गुरमुखां पासों भगती रूप कार करवाउण कीती है। आपे गुरमुख दे बुझाई। आप ही गुरमुख जनां नूं आत्मक जीवन दी सिक्ख्या समझा देना कीती है। नानक नाम रते मन निर्मल। सतगुरु अमरदास साहब जी कथन करते ने कि जो परमेश्वर दे नाम दे विच रंगे गए ने उन्हां दा मन उन्हां दा हिरदा उजल रहिंदा है। नामे नाम निवासी है। नाम दे जपन करके उन्हां दा नामी परमेश्वर विच निवास हो जाता है। ये महाराज ने उपदेश बख्शिया, भुल्लां चुका क्षमा करो जी। अगे तो समत बख्शो। आपे करता कार कराई। आपे गुरमुख दे बुझाई। नानक नाम रते मन निर्मल। नामे नाम निवासी है। वाहिगुरु जी का खालसा।